ਕਿ ਜਥੇਬੰਦੀਆਂ ਦਾ ਫੈਸਲਾ ਆ ਸਕਦਾ ਹੈ ਕਿ ਲੱਖੇ ਸਿਧਾਣੇ ਦੀ ਵਾਪਸੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਹੋਵੇਗੀ ਤੇ ਨਾਲ ਜਿਹੜਾ ਲੱਗ ਕੇ ਉਹ ਅੰਦੋਲਨ ਦੇ ਵਿੱਚ ਸ਼ਾਮਲ ਹੋਵੇਗਾ। ਉਹਨਾਂ ਦਾ ਇੱਕ ਵੱਡਾ ਰੋਲ ਹੈ, ਉਹ ਇੱਕ ਸਾਡੀ ਤਾਕਤ ਹੈ ਉਹ ਮੋਰਚੇ ਦੀ, ਉਹਨੂੰ ਤਾਕਤ ਨੂੰ ਦੂਰ ਨਾ ਧੱਕਿਆ ਜਾਵੇ, ਉਹਨੂੰ ਵਿੱਚ ਲਿਆਂਦਾ ਜਾਵੇ। ਕਿ ਫੰਡਿੰਗ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਉਹ ਕਿੱਥੋਂ ਹੋ ਰਹੀ ਹੈ? ਅਕਸਰ ਕਿਹਾ ਜਾਂਦਾ ਕਿ ਵਿਦੇਸ਼ਾਂ ਤੋਂ ਹੋ ਰਹੀ ਹੈ। ਟਿੱਕਰੀ ਵਾਲੇ ਨਹੀਂ, ਇਕੱਲੇ ਕੁੰਡਲੇ ਵਾਲੇ ਬਾਰਡਰ ਤੇ 5 ਕਰੋੜ 24 ਆਪਣਾ 10 ਲੱਖ 24 ਹਜ਼ਾਰ ਉਹ ਆਇਆ, ਉਹਦਾ ਸਾਡੇ ਕੋਲੇ ਸਾਰਾ ਹਿਸਾਬ ਹੈ, ਉਹ ਸਾਰਾ ਕਿੱਥੇ ਕਿੱਥੇ ਲੱਗਿਆ, ਕਿੰਨਾ ਉਹ ਬਾਕੀ ਬਚਤ ਹੈ। ਜਿਹੜੇ ਖੇਤੀ ਕਾਨੂੰਨ ਆ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਜ਼ਰੂਰੀ ਹੈ, ਕਿਉਂਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਚਾਹੁੰਦੇ ਹਾਂ। ਇਹ ਸਰਕਾਰ ਵੀ ਕਹਿ ਰਹੀ ਹੈ ਵੀ ਇਹ ਬਦਲਾਅ ਲਿਆਉਣੇ ਖੇਤੀ ਨੀਤੀ 'ਚ, ਖੇਤੀ ਸੁਧਾਰਾਂ ਦੇ ਵਿੱਚ ਇਹ ਕਾਨੂੰਨ ਰਾਹੀਂ ਬਦਲਾਅ ਲਿਆਉਣਾ ਜ਼ਰੂਰੀ ਸੀਗਾ, ਪਰ ਅਸੀਂ ਸਮਝਦੇ ਹਾਂ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਣੀ। ਇਹ ਆਮਦਨ ਦੁੱਗਣੀ ਹੋਊਗੀ, ਉਹ ਕਿਸਾਨਾਂ ਦੀ ਨਹੀਂ ਹੋਊਗੀ। ਸਤਿ ਸ਼੍ਰੀ ਅਕਾਲ। ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਅੰਦੋਲਨ ਇਸ ਵੇਲੇ ਪੂਰੇ ਸਿਖਰਾਂ ਤੇ ਪਹੁੰਚ ਚੁੱਕਿਆ ਹੈ। ਉਸ ਨੂੰ ਸਿਖਰਾਂ ਤੇ ਲੈ ਕੇ ਗਏ ਨੇ ਸਾਡੇ ਕਿਸਾਨ ਆਗੂ, ਤੇ ਕਿਸਾਨ ਆਗੂਆਂ ਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ ਸੁਰਜੀਤ ਸਿੰਘ ਫੂਲ, ਜਿਨ੍ਹਾਂ ਦਾ ਕਿਸਾਨ ਅੰਦੋਲਨ ਦੇ ਵਿੱਚ ਅਹਿਮ ਯੋਗਦਾਨ ਹੈ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸਾਨ ਅੰਦੋਲਨ ਕਿਸ ਦਿਸ਼ਾ ਵੱਲ ਵਧ ਰਿਹਾ ਹੈ। ਫੂਲ ਸਾਹਿਬ, ਮੇਰਾ ਸਭ ਤੋਂ ਪਹਿਲਾਂ ਇਹੀ ਸਵਾਲ ਕਿ 26 ਨਵੰਬਰ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹੁਣ ਕਿਸ ਦਿਸ਼ਾ ਵੱਲ ਵਧ ਰਿਹਾ ਹੈ? ਦੇਖੋ ਜੀ, ਜਿਹੜਾ ਤੁਸੀਂ ਕਹਿੰਦੇ ਹੋ ਵੀ ਅੰਦੋਲਨ ਸਿਖਰਾਂ ਤੇ ਪਹੁੰਚਿਆ, ਬਾਕੀ ਹੁਣ ਤੱਕ ਜਿੰਨੀ ਇਹਨੂੰ ਸਪੋਰਟ ਮਿਲੀ ਹੈ ਦੇਸ਼ ਵਿਦੇਸ਼ 'ਚੋਂ, ਵੱਖ-ਵੱਖ ਸੂਬਿਆਂ 'ਚੋਂ, ਜਾਂ ਆਹ ਹੁਣ ਅਸੀਂ 26 ਮਾਰਚ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਉਹਦਾ ਜਿੰਨਾ ਹੰਗਾਰਾ ਮਿਲਿਆ, ਉਸ ਹਿਸਾਬ ਨਾਲ ਇਹਦੀ ਸਮਰਥਨ ਦੀ ਕੋਈ ਕਸਰ ਨਹੀਂ, ਬਹੁਤ ਸਮਰਥਨ ਇਹਨੂੰ ਮਿਲ ਰਿਹਾ। ਪਰ ਜਿੱਥੋਂ ਤੱਕ ਗੱਲ ਹੈਗੀ ਹੈ ਵੀ ਇਹਦੇ ਜਿਹੜੇ ਮੁੱਦੇ ਹੈਗੇ ਨੇ ਜਾਂ ਮੰਗਾਂ ਹੈਗੀਆਂ ਨੇ, ਤਿੰਨੇ ਕਾਨੂੰਨ ਰੱਦ ਕਰਾਉਣ ਵਾਲੀ, MSP ਕਾਨੂੰਨੀ ਗਰੰਟੀ ਵਾਲੀ, ਜਾਂ ਦੋ ਜਿਹੜੇ ਆਰਡੀਨੈਂਸ ਹੈ ਬਿਜਲੀ ਵਾਲਾ, ਪਰਾਲੀ ਵਾਲਾ, ਉਹਦਾ ਪੱਕਾ ਹੱਲ ਕਰਨ ਲਈ, ਕੇਸ ਪਰਚੇ ਝੂਠੇ ਬਣੇ ਉਹ ਰੱਦ ਕਰਾਉਣ ਵਾਲੀ, ਇਹ ਜਿਹੜੀਆਂ ਮੰਗਾਂ ਦਾ ਹੈਗਾ, ਇਹ ਜੇ ਕਿਸੇ ਰਿਜ਼ਲਟ ਇਸ ਐਡੇ ਵੱਡੇ ਅੰਦੋਲਨ ਦਾ ਜੇ ਕੋਈ ਰਿਜ਼ਲਟ ਨਹੀਂ ਆਉਂਦਾ ਤਾਂ ਇਹਦਾ ਜਿਹੜਾ ਹੈਗਾ ਇਹ ਖਤਰਾ ਵੀ ਹੈਗਾ ਵੀ ਇਹਦੇ ਆਉਣ ਵਾਲੇ ਸਮੇਂ 'ਚ ਜਿਹੜੇ ਦੂਰ ਰਸ ਅਸਰ ਪੈਣਗੇ, ਕਈ ਸਾਲਾਂ ਤੱਕ ਇਹਦੇ ਅਸਰ ਰਹਿਣਗੇ ਜੇ ਇਹਦਾ ਕਿਸੇ ਬਿਨਾਂ ਰਿਜ਼ਲਟ ਤੋਂ ਇਹ ਅੰਦੋਲਨ ਸਮਾਪਤ ਹੋ ਜਾਂਦਾ। ਸੋ ਰਿਜ਼ਲਟ ਤਾਂ ਹੀ ਇਹਦਾ ਬਣੂਗਾ ਵੀ ਜੇ ਇਹ ਕਾਨੂੰਨ ਰੱਦ ਹੁੰਦੇ ਨੇ, MSP ਦੀ ਗਰੰਟੀ ਹੁੰਦੀ ਹੈ, ਜੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਇੱਕ ਇਤਿਹਾਸਕ ਅੰਦੋਲਨ ਫੇਰ ਬਣੂਗਾ। ਹਜੇ ਇਹ ਸਮਝ ਲਓ ਵੀ ਇਤਿਹਾਸਕ ਇਸ ਪੱਖੋਂ ਤਾਂ ਹੈਗਾ ਵੀ ਲਾਮਬੰਦੀ ਇੰਨੀ ਹੋ ਗਈ, ਪਰ ਇਹਦੀ ਆਊਟਪੁੱਟ ਕੀ ਹੈ, ਇਹਦਾ ਰਿਜ਼ਲਟ ਕੀ ਹੈ? ਇਹ ਜਿਹੜੇ ਮੁੱਦਿਆਂ 'ਤੇ ਸ਼ੁਰੂ ਹੋਇਆ ਉਹਨਾਂ ਦੀਆਂ ਸਰਕਾਰ ਮੰਨਣ ਲਈ ਕਿੱਥੋਂ ਕਿਤੇ ਤਿਆਰ ਹੈ, ਮੰਨੂ ਵੀ ਕੀ ਜਾਂ ਨਾ ਮੰਨੂਗੀ। ਇਹ ਗੱਲਾਂ ਇਹਦੀਆਂ ਇਤਿਹਾਸਕ ਬਣਨ ਨਾਲ ਜਦੋਂ ਇਹਦਾ ਸਮਝ ਲਓ ਵੀ ਰਿਜ਼ਲਟ ਸਾਹਮਣੇ ਆਇਆ ਇਹਦਾ, ਜਿਵੇਂ ਆਪਾਂ ਹੁਣ ਕਣਕ ਬੀਜਦੇ ਆਪਾਂ ਕਹਿੰਦੇ ਨੇ ਵੀ ਬਹੁਤ ਭਾਰੀ ਕਣਕ ਹੈ, ਬਹੁਤ ਉਹਦੀਆਂ ਸੰਘਣੀ ਹੈ, ਬੜਾ ਇਹਨੂੰ ਝਾੜ ਹੋਊਗਾ, ਪਰ ਝਾੜ ਤਾਂ ਉਹ ਗਿਣਾ ਤਾਂ ਉਹਦੀ ਸੰਘਣੀ ਕਿੰਨੀ ਹੈਗੀ ਹੈ, ਭਾਰੀ ਕਿੰਨੀ ਹੈਗੀ ਹੈ, ਜਦੋਂ ਉਹਦਾ ਝਾੜ ਉਹਦੀ ਕਟਾਈ ਹੋ ਕੇ ਝਾੜ ਸਾਡੇ ਬੁਖਾਰੀ 'ਚ ਆ ਜਾਊਗਾ, ਸਾਡੇ ਘਰੇ ਆ ਜਾਊਗਾ। ਇਸ ਕਰਕੇ ਹਜੇ ਦਾ ਝਾੜ ਹੈ ਜਿਹੜਾ ਉਹ ਉਸ ਪੱਖੋਂ ਹਜੇ ਇਹਦਾ ਬਕਾਇਆ ਹੈਗਾ, ਹਜੇ ਪੈਂਡਿੰਗ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਲੀਡਰਸ਼ਿਪ ਨੂੰ ਇਸ ਪੱਖੋਂ ਬਹੁਤ ਚਿੰਤਤ ਹੈ ਵੀ ਜਿੰਨੀਆਂ ਉਮੀਦਾਂ ਬਣ ਗਈਆਂ ਲੋਕਾਂ ਦੀਆਂ ਇਹਦੇ 'ਤੇ, ਸਾਡੇ 'ਤੇ ਉਮੀਦਾਂ ਬਣ ਗਈਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ 'ਤੇ, ਵੀ ਇਹ ਉਮੀਦਾਂ 'ਤੇ ਅਸੀਂ ਫੇਰ ਹੀ ਪੂਰੇ ਉਤਰਾਂਗੇ ਵੀ ਜੇ ਅਸੀਂ ਇਕਜੁੱਟਤਾ ਇਹਨੂੰ ਵਧਾ ਕੇ ਇਹਨੂੰ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾਉਂਦੇ ਹਾਂ। ਤੇ ਬਿਲਕੁਲ ਹੁਣ ਕਿਹਾ ਜਾ ਰਿਹਾ ਹੈ ਕਿ ਸੰਘਰਸ਼ ਹੈ ਜਿਹੜਾ ਹੁਣ ਫਸਲਾਂ ਦਾ ਨਹੀਂ ਨਸਲਾਂ ਦਾ ਬਣ ਚੁੱਕਿਆ ਹੈ, ਤੇ ਜਿਹੜਾ 26 ਜਨਵਰੀ ਵਾਲੇ ਦਿਨ ਘਟਨਾਕ੍ਰਮ ਹੋਇਆ ਉਸ ਤੋਂ ਸਭ ਜਾਣੂ ਨੇ, ਉਹਦਾ ਕਿੰਨਾ ਕੁ ਅਸਰ ਪਿਆ ਹੈ ਕਿਸਾਨ ਅੰਦੋਲਨ? ਦੇਖੋ ਜੀ, ਸਰਕਾਰ ਨੇ ਉਹਨੂੰ ਇਹ ਨਰੇਟਿਵ ਸਿਰਜਣ ਦੇ ਵਿੱਚ ਬਹੁਤ ਜ਼ੋਰ ਲਾਇਆ ਵੀ ਅੰਦੋਲਨ ਪਾਟ ਗਿਆ, ਕਿਸਾਨਾਂ ਨੇ ਹਿੰਸਾ ਕੀਤੀ ਹੈ, ਹਿੰਸਕ ਕਾਰਵਾਈਆਂ ਕੀਤੀਆਂ ਨੇ ਜਿਹਦੇ ਕਰਕੇ ਲੋਕਾਂ ਦੀ ਹਮਾਇਤ ਘਟ ਗਈ, ਇਕੱਠ ਘਟ ਗਿਆ, ਇਹ ਸਾਰਾ ਕੁਝ ਸਿਰਜਿਆ। ਪਰ ਸਾਡੇ ਹਿਸਾਬ ਨਾਲ ਜਿੰਨਾ ਸਰਕਾਰ ਨੇ ਇਹ ਕਿਸਾਨ ਉਹ 26 ਦੀਆਂ ਘਟਨਾਵਾਂ ਨੂੰ ਲੈ ਕੇ ਇਹ ਅੰਦੋਲਨ ਵਿਰੋਧੀ ਇੱਕ ਨਰੇਟਿਵ, ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਸੀ, ਉਹ ਸਫਲ ਨਹੀਂ ਹੋਈ ਸਰਕਾਰ। ਕਿਉਂਕਿ ਉਹ ਇੱਕ ਤਾਂ ਇਸ ਕਰਕੇ ਨਹੀਂ ਸਫਲ ਹੋਈ ਵੀ ਜਿਹੜੀਆਂ ਘਟਨਾਵਾਂ ਜਿਹਨੇ ਕਿਹਾ ਵੀ ਹਿੰਸਕ ਕਾਰਵਾਈਆਂ, ਵਾਇਲੈਂਸ ਹੋਈ ਹੈ, ਹਿੰਸਕ ਕਾਰਵਾਈਆਂ ਹੋਈਆਂ, ਕਿਸਾਨਾਂ ਵਾਲੀ ਧਿਰਾਂ ਵੱਲੋਂ ਕੋਈ ਹਿੰਸਕ ਕਾਰਵਾਈ ਨਹੀਂ ਹੋਈ, ਰੋਕਾਂ ਤੋੜੀਆਂ ਗਈਆਂ ਨੇ, ਜਿਹੜੀਆਂ ਮੂਹਰੇ ਬੈਰੀਕੇਡਿੰਗ ਸੀਗੀ, ਰੋਕਾਂ ਤੋੜਨਾ ਅਸੀਂ ਸਮਝਦੇ ਹਾਂ ਵੀ ਕੋਈ ਹਿੰਸਕ ਕਾਰਵਾਈ ਨਹੀਂ। ਇਹ ਤਾਂ ਇੱਥੋਂ ਤੱਕ ਕਰਕੇ ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਜੇ ਤੁਸੀਂ ਦਿੱਲੀ 'ਚ ਕਿਸਾਨ ਆਉਣ ਦਾ ਹੱਕ ਹੈ, ਕਿਸਾਨਾਂ ਦਾ ਰਾਜਧਾਨੀ 'ਚ ਤੁਸੀਂ ਰੋਕਾਂ ਲਾਉਣੀਆਂ, ਤੁਹਾਡਾ ਰੋਕਾਂ ਲਾਉਣਾ ਗਲਤ ਹੈ। ਸੋ ਜੇ ਰੋਕਾਂ ਲਾਉਣਾ ਸੁਪਰੀਮ ਕੋਰਟ ਮੁਤਾਬਕ ਵੀ ਗਲਤ ਹੈ ਤਾਂ ਉਹਨੂੰ ਤੋੜਨਾ ਵੀ ਕੋਈ ਗੁਨਾਹ ਨਹੀਂ ਬਣਦਾ।
ਹਿੰਸਾ ਜੇ ਹੋਈ ਹੈ ਉਹ ਸਰਕਾਰ ਵਾਲੇ ਪੱਖੋਂ ਹੋਈ ਹੈ। ਜੋ ਉਹਨਾਂ ਨੇ ਗੋਲੀ ਚਲਾਈ ਹੈ ਜਾਂ ਉਹਨਾਂ ਨੇ ਕੋਈ ਸਿਰ 'ਚ ਗੋਲੀਆਂ ਮਾਰ ਕੇ ਇੱਕ ਨਵਰੀਤ ਨੂੰ ਸ਼ਹੀਦ ਕੀਤਾ, ਹੋਰਾਂ ਦੇ ਲੱਤਾਂ ਬਾਹਾਂ 'ਚ ਵੀ ਗੋਲੀਆਂ ਮਾਰੀਆਂ ਨੇ। ਸੋ ਇਹ ਹਿੰਸਾ ਹੋਈ ਹੈ, ਉੱਧਰੋਂ ਹੋਈ ਹੈ। ਇਸ ਕਰਕੇ ਉਹ ਜਿਹੜਾ ਉਹਨਾਂ ਨੇ ਇਹ ਸਿਰਜਿਆ ਸੀਗਾ ਵੀ ਕਿਸਾਨ ਦੋਸ਼ੀ ਹੈ, ਕਿਸਾਨ ਮੋਰਚੇ ਵਾਲੇ, ਸੰਯੁਕਤ ਮੋਰਚੇ ਵਾਲੇ ਲੀਡਰਸ਼ਿਪ ਦੋਸ਼ੀ ਹੈ, ਉਹ ਨਹੀਂ ਬਣੀ, ਜਿਹਦੇ ਕਰਕੇ ਹਮਾਇਤ ਨਹੀਂ ਘਟੀ। ਉਹ ਤੋਂ ਬਾਅਦ ਵੀ ਠੀਕ ਹੈ, ਇੱਕ ਦਿਨ ਜ਼ਰੂਰ ਥੋੜ੍ਹੀ ਜਿਹੀ 26 ਤੋਂ ਬਾਅਦ 27 ਨੂੰ ਗਿਣਤੀ ਘਟੀ ਹੈ, ਪਰ 28 ਤੋਂ ਬਾਅਦ ਜਦੋਂ ਉਹ ਗਾਜੀਪੁਰ ਵਾਲਾ ਨਾਕਾ ਤੜਵਾਉਣ 'ਚ ਨਾ ਸਫਲ ਹੋਏ, ਉਦੋਂ ਬਾਅਦ ਤਾਂ ਫਿਰ ਲਗਾਤਾਰ ਮਤਲਬ ਗਿਣਤੀ ਵੱਧ ਰਹੀ ਹੈ। ਹੁਣ ਤਾਂ ਸਗੋਂ ਪੱਕੇ ਉਹ ਪਿੰਡਾਂ ਦੇ ਵਿੱਚ ਮਤੇ ਪਾਸ ਹੋ ਕੇ ਡਿਊਟੀਆਂ ਲੱਗ ਗਈਆਂ ਵੀ ਰੋਟੇਸ਼ਨ ਵਾਈਜ਼, ਤਾਂ ਕਿ ਇੱਕੋ ਕਿਸ ਬੰਦਿਆਂ 'ਤੇ ਸੀਮਿਤ ਬੰਦਿਆਂ 'ਤੇ ਇਹਦੇ 'ਤੇ ਲੋਡ ਨਾ ਆਵੇ, ਸਾਰੇ ਪਿੰਡ 'ਤੇ ਵੰਡਮਾਲ ਇਹਦਾ ਲੋਡ ਆਵੇ। ਉਹ ਜਥੇ ਬਣ ਕੇ ਰੋਟੇਸ਼ਨ ਵਾਈਜ਼ ਜਥੇ ਭੇਜੇ ਜਾ ਰਹੇ ਨੇ। ਸੋ ਇਸ ਕਰਕੇ ਸਾਡੇ ਹਿਸਾਬ ਨਾਲ ਸਪੋਰਟ ਪੱਖੋਂ ਕੋਈ ਕਮੀ ਨਹੀਂ, ਵਿਦੇਸ਼ਾਂ ਦੇ ਵਿੱਚੋਂ ਸਪੋਰਟ ਆ ਰਹੀ ਹੈ ਸਾਨੂੰ। ਆਹ ਜਿਹੜਾ ਹੁਣ ਉੱਥੇ ਘਰ ਪਾਉਣ ਦੀ ਖਾਤਰ ਸਿਰਕੀ ਵਾਲੇ ਦੇ ਜਿਹੜੇ ਹਲਕੇ ਘਰ ਹੈ, ਫਾਈਬਰ ਦੇ ਘਰ ਬਣਾਉਣ ਦੀ ਖਾਤਰ, ਉਹ ਹਰੇਕ ਪਿੰਡਾਂ ਦੇ ਜਿਹੜੇ NRI ਹੈ ਉਹਨਾਂ ਨੇ ਐਂ ਕਰ ਲਿਆ ਵੀ ਜਿੰਨੇ ਸਾਡੇ ਪਿੰਡ ਦੇ ਕਿਸਾਨ ਹੈਗੇ ਨੇ ਉਹਨਾਂ ਦੀ ਖਾਤਰ ਅਸੀਂ ਘਰ ਪਾ ਕੇ ਦੇਵਾਂਗੇ। ਸੋ ਮੈਨੂੰ ਲੱਗਦਾ ਸਮਰਥਨ ਪੱਖੋਂ ਭਾਵੇਂ ਮਾਇਕ ਸਮਰਥਨ ਹੈ, ਭਾਵੇਂ ਮੋਰਲ ਸਪੋਰਟ ਹੈ, ਨੈਤਿਕ ਸਪੋਰਟ ਹੈ, ਉੱਥੇ ਆਪਦੇ ਉਹ NRI ਆਪਦੇ ਜਿੱਥੇ ਜਿੱਥੇ ਵੀ ਬੈਠੇ ਹੈ ਉੱਥੇ ਰੋਜ਼ ਖੜੇ ਹੋ ਕੇ ਹਰ ਲਾਸਟ ਜਿਹੜਾ ਉਹਨਾਂ ਦਾ ਡੇ ਹੁੰਦਾ ਸੰਡੇ ਦਾ, ਆਪਣਾ ਹਫਤੇ ਦਾ ਲਾਸਟ ਵੀਕ ਡੇ ਹੁੰਦਾ, ਉੱਥੇ ਉਹ ਇਕੱਠ ਕਰਦੇ ਆ। ਇੱਥੇ ਅਸੀਂ ਚੰਡੀਗੜ੍ਹ ਵੇਖਿਆ, ਪਟਿਆਲੇ ਵੇਖਿਆ, ਚੌਂਕਾਂ 'ਚ ਖੜ੍ਹ ਕੇ ਸਾਰੇ ਪਰਿਵਾਰਾਂ ਦੇ ਪਰਿਵਾਰ ਬੈਨਰ ਲੈ ਕੇ ਕਿਸਾਨ ਮੰਗਾਂ ਦੀਆਂ ਉਹ ਖੜ੍ਹਦੇ ਆ। ਇਸ ਕਰਕੇ ਸਮਰਥਨ ਪੱਖੋਂ ਨਹੀਂ ਕਮੀ। ਹੁਣ ਸਾਨੂੰ ਹੈਗਾ ਵੀ ਇਹਨੂੰ ਗਾਹਾਂ ਜਿਹੜਾ ਰਣਨੀਤੀ ਉਹੀ ਜਿਹੀ ਤਿਆਰ ਕਰਕੇ ਇਹਨੂੰ ਐਡਵਾਂਸ ਕੀਤਾ ਜਾਵੇ, ਇਹਨੂੰ ਹਰ ਲੈਵਲ 'ਤੇ ਪਹੁੰਚਾਇਆ ਜਾਵੇ। ਉਹ ਹੁਣ ਸਾਡੀ ਲੀਡਰਸ਼ਿਪ ਦੇ ਸਿਰ 'ਤੇ ਖੜੀ ਆ ਸਾਰੀ ਗੱਲ ਜੀ। ਤੇ ਦੀਪ ਸਿੱਧੂ ਤਾਂ ਚਲੋ ਜੇਲ੍ਹ ਦੇ ਵਿੱਚ ਹੈ, ਲੱਖੇ ਸਿਧਾਣੇ ਦਾ ਕੀ ਸਟੈਂਡ ਹੈ? ਕਿਉਂਕਿ ਲੱਖੇ ਸਿਧਾਣੇ ਨੂੰ ਲੈ ਕੇ ਅਕਸਰ ਕਿਹਾ ਜਾਂਦਾ ਹੈ, ਪਿੱਛੇ ਜੇ ਮੀਟਿੰਗ ਵੀ ਸੀ ਕਿ ਜਥੇਬੰਦੀਆਂ ਦਾ ਫੈਸਲਾ ਆ ਸਕਦਾ ਹੈ ਕਿ ਲੱਖੇ ਸਿਧਾਣੇ ਦੀ ਵਾਪਸੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਹੋਵੇਗੀ ਤੇ ਨਾਲ ਜਿਹੜਾ ਲੱਗ ਕੇ ਉਹ ਅੰਦੋਲਨ ਦੇ ਵਿੱਚ ਸ਼ਾਮਲ ਹੋਵੇਗਾ। ਵੇਖੋ ਬਿਲਕੁਲ ਠੀਕ ਹੈ ਜੀ। ਲੱਖੇ ਸਿਧਾਣੇ ਦੇ ਜਿਹੜਾ ਉਹ ਲੱਖੇ ਸਿਧਾਣੇ ਨੂੰ ਜਾਂ ਉਹਦੇ ਮਗਰ ਜਿਹੜਾ ਉਹਦਾ ਫਾਲੋਅਰ ਹੈਗੇ ਆ, ਉਹਦੇ ਫੈਨ ਫਾਲੋਅਰ ਹੈ, ਜਾਂ ਉਹਦਾ ਯੂਥ ਉਹਦੇ ਮਗਰ ਜਿਹੜਾ ਲਾਮਬੰਦ ਹੋਇਆ, ਜਾਂ ਜਿਨ੍ਹਾਂ ਨੂੰ ਉਹਨੇ ਕੰਪੇਨ ਕਰਕੇ ਆਪਣੀ ਮੁਹਿੰਮ ਚਲਾ ਕੇ ਮੋਰਚੇ 'ਚ ਸ਼ਾਮਲ ਕੀਤਾ, ਉਹ ਸਾਰਿਆਂ ਲਈ ਪਿਛਲੀ 8 ਫਰਵਰੀ ਤੋਂ ਇਹ ਯਤਨ ਚੱਲ ਰਹੇ ਸੀਗੇ। ਇਹਦੇ ਵਿੱਚ ਜਿਹੜੇ ਯਤਨ ਸ਼ੁਰੂ ਕੀਤੇ ਆ ਉਹਨਾਂ ਦਾ ਇਹ ਮੁੱਦਾ ਲਿਆਉਣ ਦੀ ਖਾਤਰ ਵੀ ਉਹਨਾਂ ਦਾ ਇੱਕ ਵੱਡਾ ਰੋਲ ਹੈ। ਉਹ ਇੱਕ ਸਾਡੀ ਤਾਕਤ ਹੈ ਉਹ ਮੋਰਚੇ ਦੀ, ਉਹਨੂੰ ਤਾਕਤ ਨੂੰ ਦੂਰ ਨਾ ਧੱਕਿਆ ਜਾਵੇ, ਉਹਨੂੰ ਵਿੱਚ ਲਿਆਂਦਾ ਜਾਵੇ। ਇਹਦੇ ਵਿੱਚ ਜਿਹੜੇ ਖਾਸ ਕਰਕੇ ਕੁਝ ਉੱਭਰਵੇਂ ਗਾਇਕ ਹੈ, ਕਲਾਕਾਰ ਹੈ, ਜਿਨ੍ਹਾਂ ਦੇ ਵਿੱਚ ਆਪਣਾ ਕਮਰ ਗਰੇਵਾਲ ਹੈ, ਜਸ ਬਾਜਵਾ ਹੈ, ਹਰਫ ਚੀਮਾ ਹੈ, ਇਹ ਕੁਝ ਜਿਹੜੇ ਉੱਭਰਵੇਂ ਗਾਇਕ ਨੇ ਜਿਹੜੇ ਇਹਨਾਂ ਨੇ ਇਹ ਫਰਵਰੀ ਤੋਂ ਹੀ ਇਹਨਾਂ ਨੇ 6 ਫਰਵਰੀ ਤੋਂ ਐਂ ਸਮਝ ਲਓ ਵੀ 26 ਜਨਵਰੀ ਤੋਂ 2 ਹਫ਼ਤੇ ਬਾਅਦ ਹੀ ਇਹਨਾਂ ਨੇ ਕਿਸਾਨ ਜਥੇਬੰਦੀਆਂ 'ਚ ਲਿਆਂਦੀ। ਇਹਨਾਂ ਦੇ 8-9 ਮੀਟਿੰਗਾਂ ਵੀ ਹੋਈਆਂ, ਚਲੋ ਗੈਰ ਰਸਮੀ ਮੀਟਿੰਗਾਂ ਹੋਈਆਂ, ਉਹ ਕਿਸੇ ਰਿਕਾਰਡ 'ਚ ਨਹੀਂ ਆਈਆਂ। ਪਰ ਉਦੋਂ ਬਾਅਦ ਫਿਰ ਹੁਣ ਸਾਡੀ ਆਹ ਜਿਹੜੀ 24 ਤਾਰੀਖ ਨੂੰ ਦਿੱਲੀ ਕੁੰਡਲੀ ਬਾਰਡਰ 'ਤੇ ਜਿਹੜੀ ਕਜਾਰੀਆ ਹਾਲ 'ਚ ਮੀਟਿੰਗ ਹੋਈ ਹੈ 32 ਕਿਸਾਨ ਜਥੇਬੰਦੀਆਂ, ਉਹਦੇ ਵਿੱਚ ਉਹ ਸਾਰੀ ਚਰਚਾ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਹੋ ਗਈ ਬਈ ਉਹ ਸਾਡੀ ਤਾਕਤ ਹੈ। ਕਿਸਾਨ ਜਥੇਬੰਦੀਆਂ ਦਾ ਭਾਵੇਂ ਉਹ 32 ਕਿਸਾਨ ਜਥੇਬੰਦੀਆਂ ਦਾ ਪਾਰਟ ਨਹੀਂ, ਪਰ ਬਾਹਰੀ ਸਹਿਯੋਗੀਆਂ ਦੀ ਤੌਰ 'ਤੇ ਸਾਡੀ ਮੋਰਚੇ ਦੀ ਤਾਕਤ ਹੈ। ਉਹਨਾਂ ਨੂੰ ਵਿੱਚ ਸਹਿਯੋਗ ਉਹਨਾਂ ਦਾ ਲੈਣਾ ਚਾਹੀਦਾ, ਉਹਨੂੰ ਵਿੱਚ ਲਿਆਉਣਾ ਚਾਹੀਦਾ, ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਕੋਈ ਜੇ ਰੱਖਿਆ ਕਰਨੀ ਚਾਹੀਦੀ। ਇਹ ਸਾਡਾ ਫੈਸਲਾ ਹੋ ਗਿਆ ਉੱਤੇ ਵੀ ਉਹਨਾਂ ਨੂੰ ਵਿੱਚ ਲਿਆਂਦਾ ਜਾਊਗਾ ਕਲਾਵੇ ਦੇ ਵਿੱਚ। ਉਹਨਾਂ ਦੀ ਰੱਖਿਆ ਕਰਨ ਦਾ ਭਾਵ ਹੈ ਵੀ ਜੇ ਉਹਦੇ 'ਤੇ ਕੋਈ ਪੁਲਿਸ ਵਗੈਰਾ ਉਹਨੂੰ ਉੱਥੋਂ ਚੱਕਣ ਆਉਂਦੀ ਹੈ, ਜਾਂ ਉਹਦੇ 'ਤੇ ਜਿਵੇਂ ਉਹਦੇ ਵਾਰੰਟ ਵੀ ਹੈਗਾ, ਉਹਦੀ ਗ੍ਰਿਫਤਾਰੀ ਦਾ 1 ਲੱਖ ਰੁਪਇਆ ਨਾਮ ਵੀ ਰੱਖਿਆ ਵੀ ਜੇ ਉਹ ਉਹਨਾਂ ਨੂੰ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਹੈ ਉਹਦੀ ਹਾਮੀ ਉੱਟੂਗੀ ਵੀ ਅਸੀਂ ਉੱਥੇ ਉਹਦੀ ਰੱਖਿਆ ਵੀ ਕਰਾਂਗੇ, ਅਸੀਂ ਉੱਥੋਂ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਵਾਂਗੇ। ਇਹ ਫੈਸਲਾ 24 ਤਰੀਕ ਦੀ ਮੀਟਿੰਗ 'ਚ ਹੋ ਗਿਆ 32 ਕਿਸਾਨ ਜਥੇਬੰਦੀਆਂ 'ਚ। ਹੁਣ ਜਿਹੜੀ ਉਤਲੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਮਝ ਲਓ ਵੀ ਅਪਰੂਵਲ ਲਈ ਉਹ ਭੇਜਤਾ, ਅਤੇ ਮੈਨੂੰ ਇਹ ਲੱਗਦਾ ਜਦੋਂ ਪੰਜਾਬ ਵਾਲਿਆਂ ਨੇ ਉਹ ਪਾਸ ਕਰਤਾ, ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋ ਰਹੀ ਹੈ 30 ਤਰੀਕ ਨੂੰ, ਅੱਜ 29 ਹੋ ਗਈ ਹੈ, ਕੱਲ੍ਹ ਨੂੰ ਹੋ ਰਹੀ ਹੈ, ਉਹਦੇ ਵਿੱਚ ਵੀ ਇਹ ਪਾਸ ਹੋ ਜਾਊਗਾ, ਅਤੇ ਉਹ ਆਪਣੇ ਨੌਜਵਾਨ ਵਰਗ ਹੈ ਜਿਹੜਾ ਲੱਖੇ ਦੇ ਮਗਰ ਹੈ ਉਹ ਸਾਰੇ ਅੰਦੋਲਨ 'ਚ ਸ਼ਾਮਲ ਹੋ ਜਾਊਗਾ ਜੀ। ਤੇ ਫੰਡਿੰਗ ਨੂੰ ਲੈ ਕੇ ਅਕਸਰ ਸਵਾਲ ਚੁੱਕੇ ਜਾਂਦੇ ਨੇ, ਵੱਖ-ਵੱਖ ਚਾਹੇ ਸਰਕਾਰਾਂ ਹੋਣ ਜਾਂ ਹੋਰ ਭਾਜਪਾ ਵਾਲੇ ਹੋਣ, ਕਿ ਫੰਡਿੰਗ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਉਹ ਕਿੱਥੋਂ ਹੋ ਰਹੀ ਹੈ? ਅਕਸਰ ਕਿਹਾ ਜਾਂਦਾ ਕਿ ਵਿਦੇਸ਼ਾਂ ਤੋਂ ਹੋ ਰਹੀ ਹੈ। ਤੇ ਦੂਜੇ ਪਾਸੇ ਤੁਹਾਡੇ ਕੋਲ ਜਿੰਨੇ ਵੀ ਕੋਈ ਗਾਇਕ ਆਉਂਦੇ ਨੇ ਜਾਂ ਕੋਈ ਸਹਿਯੋਗੀ ਆਉਂਦੇ ਨੇ, ਕੋਈ ਵੀ ਅਸੀਂ ਨਾਮ ਨਹੀਂ ਲਵਾਂਗੇ, ਉਹਨਾਂ ਵੱਲੋਂ ਵੱਡੇ ਐਲਾਨ ਕੀਤੇ ਜਾਂਦੇ ਨੇ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਇੰਨੇ ਕਰੋੜ ਦੇਤਾ, ਇੰਨਾ ਲੱਖ ਦੇਤਾ। ਕੀ ਹੁਣ ਤੱਕ ਮਿਲਿਆ ਉਹ? ਦੇਖੋ ਜੀ, ਜਿਹੜੀ ਫੰਡਿੰਗ ਅਸੀਂ ਨਹੀਂ ਮੁੱਕਰਦੇ, ਫੰਡਿੰਗ ਹੋ ਰਹੀ ਹੈ ਸਾਡੇ ਪਰਿਵਾਰਾਂ ਵੱਲੋਂ ਹੋ ਰਹੀ ਹੈ।
ਜਿੰਨੇ ਸਾਡੇ NRI ਵੀਰ ਹੈ ਜਿਹੜੇ ਦੁਨੀਆ ਦੇ ਕਿਸੇ ਵੀ ਕੰਟਰੀ 'ਚ ਬੈਠੇ ਹੈ, ਉਹਨਾਂ ਦੇ ਅੱਧੇ ਪਰਿਵਾਰ ਇੱਥੇ ਬੈਠੇ ਹੋਏ ਨੇ। ਕਹਿਣ ਦਾ ਭਾਵ ਉਹਨਾਂ ਦੀਆਂ ਜੜ੍ਹਾਂ ਅਜੇ ਵੀ ਪੰਜਾਬ ਜਾਂ ਭਾਰਤ ਦੇ ਵਿੱਚ ਲੱਗੀਆਂ ਹੋਈਆਂ ਨੇ। ਉਹ ਜਿੰਨਾ ਸਾਨੂੰ ਚਿੰਤਾ ਹੈਗੀ ਹੈ ਇਸ ਮੋਰਚੇ ਦੀ ਵੀ ਇਹ ਜਿੱਤਿਆ ਜਾਵੇ, ਇਹ ਨਸਲਾਂ ਤੇ ਫਸਲਾਂ ਦਾ ਉਜਾੜਾ ਨਾ ਹੋਵੇ ਭਵਿੱਖ ਦੇ ਵਿੱਚ, ਨਸਲਾਂ ਵੀ ਬਚ ਜਾਣ, ਫਸਲਾਂ ਵੀ ਬਚ ਜਾਣ, ਜ਼ਮੀਨਾਂ ਵੀ ਬਚ ਜਾਣ, ਇਸ ਦੀ ਜਿੰਨੀ ਸਾਨੂੰ ਚਿੰਤਾ ਹੈਗੀ ਹੈ ਇਹਨੂੰ NRIਆਂ ਨੂੰ ਵੀ ਹੈਗੀ ਹੈ। ਅਤੇ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਾਂ ਨੌਹਾਂ ਦੀ ਕਿਰਤ, ਸਾਨੂੰ ਪਤਾ ਵੀ ਡਾਲਰ ਪਾਉਂਡ ਕਮਾਉਣੇ ਕੋਈ ਸੌਖੇ ਨਹੀਂ, 3-3 ਸ਼ਿਫਟਾਂ ਲਾ ਕੇ ਉਹ ਡਾਲਰ ਪਾਉਂਡ ਕਮਾਏ ਜਾਂਦੇ ਨੇ। ਉਹ ਆਪਣੀ ਦਸਾਂ ਨੌਹਾਂ ਦੀ ਕਿਰਤ 'ਚੋਂ ਜਿਹੜੀ ਸੱਚੀ ਸੁੱਚੀ ਕਿਰਤ ਹੈ ਉਹਨਾਂ ਦੀ ਲੇਬਰ ਕਰਕੇ ਜਿਹੜੇ ਡਾਲਰ ਪੈਦਾ ਕੀਤੇ ਨੇ ਉਹ ਸਾਨੂੰ ਭੇਜ ਰਹੇ ਨੇ। ਉਹ ਨਕਦ ਦੇ ਰੂਪ ਦੇ ਵਿੱਚ ਵੀ ਭੇਜ ਰਹੇ ਹੈ, ਉਹ ਸਮਾਨ ਦੇ ਰੂਪ ਦੇ ਵਿੱਚ ਵੀ, ਅੱਡ ਅੱਡ ਸੇਵਾਵਾਂ ਦੇ ਰੂਪ ਦੇ ਵਿੱਚ ਵੀ, ਕੱਪੜਾ ਲੀੜਾ ਹੋਰ ਆ ਜਿਹੜੇ ਹੁਣ ਮਕਾਨ ਬਣ ਰਹੇ ਨੇ ਉੱਥੇ ਉਹ ਸਾਰਾ ਭੇਜ ਰਹੇ। ਤੇਲ ਪਵਾਇਆ ਉਹਨਾਂ ਨੇ ਵੱਡੇ ਪੱਧਰ 'ਤੇ ਵਹੀਕਲਾਂ ਦੇ ਵਿੱਚ। ਸੋ ਇਸ ਕਰਕੇ ਉਹ ਫੰਡਿੰਗ ਹੋ ਰਹੀ ਹੈ। ਜਿੱਥੋਂ ਤੱਕ ਕੁਛ ਗਾਇਕਾਂ ਦਾ, ਜਿਵੇਂ ਤੁਸੀਂ ਕਹੋ ਵੀ ਉਹਨਾਂ 'ਚ ਕਲਾਕਾਰਾਂ 'ਚ ਗਾਇਕਾਂ 'ਚ ਇੱਕ ਦੋਸਾਂਝ ਦਾ, ਦਲਜੀਤ ਦੋਸਾਂਝ ਦਾ ਨਾਂ ਆਉਂਦਾ। ਉਹਨੇ ਅਨਾਊਂਸ ਵੀ ਕੀਤਾ ਵੀ 1 ਕਰੋੜ 20 ਲੱਖ ਰੁਪਈਆ ਮੈਂ ਇੱਧਰ ਮੋਰਚੇ ਦੇ ਵੀ ਸਹਾਇਤਾ ਲਈ, ਸੰਯੁਕਤ ਕਿਸਾਨ ਮੋਰਚੇ ਨੂੰ ਦੀ ਸਹਾਇਤਾ ਲਈ ਵੀ ਮੈਂ ਦਿੱਤਾ ਜਾਂ ਦੇ ਰਿਹਾ। ਪਰ ਉਹਨੇ ਨਾਲ ਹੀ ਇਹ ਕਿਹਾ ਵੀ ਇਹ ਮੈਂ ਜਿਹੜਾ 1 ਕਰੋੜ ਹੈ ਉਹ ਮੈਂ ਡਾਇਰੈਕਟ ਸਿੱਧਾ ਦੇਣ ਦੀ ਬਜਾਏ ਸੰਯੁਕਤ ਕਿਸਾਨ ਮੋਰਚੇ ਨੂੰ, ਮੈਂ ਜਿਹੜੇ ਪਰਿਵਾਰ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਇਸ ਮੋਰਚੇ 'ਚ ਚਲੇ ਗਏ, ਜਾਨਾਂ ਚਲੇ ਗਏ, ਉਹਨਾਂ ਦੇ ਕਮਾਉਣ ਵਾਲੇ ਚਲੇ ਗਏ, ਨੌਜਵਾਨ ਪੁੱਤ ਚਲੇ ਗਏ, ਮੈਂ ਉਹਨਾਂ ਪਰਿਵਾਰਾਂ ਨੂੰ ਉਹ 1 ਕਰੋੜ ਰੁਪਈਆ ਵੰਡਣਾ ਅਤੇ 20 ਲੱਖ ਰੁਪਈਆ ਮੈਂ ਜਿਹੜਾ ਸਿੱਧਾ ਮੋਰਚੇ ਦੀ ਸਟੇਜ 'ਤੇ ਜਾਂ ਕਹਿ ਲਓ ਵੀ ਉਹਦਾ ਜਿਹੜਾ ਕੈਸ਼ ਕਾਊਂਟਰ ਹੈ ਉੱਥੇ ਉਹਦੇ 'ਤੇ ਜਮ੍ਹਾਂ ਕਰਾਉਣੇ ਆ। ਪਰ ਉਹਨਾਂ ਨੇ ਕਿੰਨੇ ਪਰਿਵਾਰਾਂ ਨੂੰ ਦੇ ਦਿੱਤਾ ਉਹਦੀ ਸਾਡੇ ਕੋਲ ਹਜੇ ਕੋਈ ਰਿਪੋਰਟ ਨਹੀਂ, ਕੋਈ ਦਿੱਤੇ ਹੋ ਸਕਦੇ ਆ ਪਰ ਸਾਡੇ ਕੋਲ ਕੋਈ ਰਿਪੋਰਟ ਨਹੀਂ। ਜਿਹੜਾ ਉਹਨੇ ਨਗਦ ਕੈਸ਼ ਕਾਊਂਟਰ 'ਤੇ ਦੇਣੇ ਸੀ ਸੰਯੁਕਤ ਕਿਸਾਨ ਮੋਰਚੇ ਨੂੰ, ਉਹ ਵੀ ਮੈਂ ਹੁਣੇ ਜਿਹੜਾ ਸਾਡੇ ਅਮਰੀਕ ਸਿੰਘ ਹੈ ਜਿਹੜਾ ਉਹ ਲਗਾਤਾਰ ਉਦੋਂ ਤੋਂ ਡਿਊਟੀ ਕਰ ਰਿਹਾ ਉੱਥੇ, ਉਹਦੇ ਵੱਲੋਂ ਆਇਆ ਵੀ ਅਜੇ ਤੱਕ ਆਪਣੇ ਕੋਲੇ ਮੋਰਚੇ ਨੂੰ ਜਿਹੜਾ ਸਿੱਧਾ ਕੈਸ਼ ਕਾਊਂਟਰ, ਉਹਦਾ ਕੈਸ਼ ਕਾਊਂਟਰ 'ਤੇ ਕੋਈ ਉਹਦੀ ਸਹਾਇਤਾ ਨਹੀਂ ਆਈ ਕੋਈ। ਚਲੋ ਹੋ ਸਕਦਾ ਵੀ ਉਹ ਭਵਿੱਖ 'ਚ ਦੇਵੇ, ਪਰ ਅਜੇ ਤੱਕ ਉਸ ਕਲਾਕਾਰ ਵੱਲੋਂ ਜਾਂ ਇੱਕ ਆਪਣੇ ਇੱਧਰ ਸਿੱਖ ਪ੍ਰਚਾਰਕ ਹੈ ਉੱਗੇ ਇਸ ਪਟਿਆਲੇ ਸਾਈਡ ਦੇ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹਨਾਂ ਨੇ ਵੀ ਐਲਾਨ ਕੀਤਾ ਸੀਗਾ। ਪਰ ਉਹਨਾਂ ਨੇ ਵੀ ਅਮਰੀਕ ਸਿੰਘ ਦੇ ਦੱਸਣ ਦੇ ਮੁਤਾਬਕ ਜਿਹੜੇ ਸਾਡੇ ਮੇਨ ਕੈਸ਼ੀਅਰ ਹੈ ਉੱਥੇ ਕੁੰਡਲੀ ਬਾਰਡਰ 'ਤੇ, ਉਹਨਾਂ ਵੱਲੋਂ ਹੈਗਾ ਵੀ ਉਹਨਾਂ ਨੇ ਵੀ ਠੀਕ ਹੈ ਕਿਸੇ ਆਗੂ ਨੂੰ ਦਿੱਤੇ ਹੋ ਸਕਦੇ ਆ, ਉਹ ਆਗੂ ਵੱਲੋਂ ਹਜੇ ਨਾ ਜਮ੍ਹਾਂ ਹੋਏ ਹੋਣ, ਪਰ ਸਾਡੇ ਕੋਲੇ ਉਹ ਸਿੱਧਾ ਕੋਈ ਕੈਸ਼ ਨਹੀਂ ਆਇਆ। ਜਿੰਨਾ ਵੀ ਕੈਸ਼ ਆਇਆ ਉਹ ਅਸੀਂ 17 ਤਰੀਕ 17 ਮਾਰਚ ਤੱਕ ਦਾ ਹੁਣ ਤੱਕ ਟੋਟਲ ਕਿਹਦੇ ਕੋਲੋਂ ਕਿੰਨਾ ਪੈਸਾ, ਇੱਕ ਤਾਂ ਜਿਹੜੀ ਚੈੱਕ ਆਇਆ ਉਹ ਚੈੱਕ ਦੀ ਪ੍ਰੋਬਲਮ ਸੀਗੀ, ਉਹ ਜਿੰਨਾ ਚਿਰ ਅਕਾਊਂਟ ਨਹੀਂ ਹੁੰਦਾ, ਕੋਈ ਪਾਸਵਰਡ ਨਹੀਂ ਹੁੰਦਾ, ਉਹਨਾਂ ਚਿਰ ਉਹ ਕੈਸ਼ ਨਹੀਂ ਹੁੰਦਾ। ਚੈੱਕ ਸਾਰੇ ਵਾਪਸ ਹੋ ਗਏ, ਚੈੱਕ ਵਾਲਾ ਪੈਸਾ ਕੋਈ ਨਹੀਂ ਆਇਆ। ਜਿਹੜਾ ਇਹ ਤੋਂ ਬਿਨਾਂ ਸਾਡਾ ਨਾ ਕੋਈ ਅਸੀਂ ਕੋਈ ਅਕਾਊਂਟ ਨੰਬਰ ਹੈ, ਕੋਈ ਸਾਂਝਾ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਅਕਾਊਂਟ ਨੰਬਰ ਵੀ ਨਹੀਂ ਖੋਲ੍ਹਿਆ, ਕੋਈ ਨਾ ਹੀ ਕੋਈ ਅਕਾਊਂਟ ਨੰਬਰ ਖੋਲ੍ਹੇ ਨਹੀਂ, ਨਾ ਅਕਾਊਂਟ 'ਚ ਪੈਸਾ ਆਇਆ ਕੋਈ। ਜਿੰਨਾ ਵੀ ਪੈਸਾ ਆਇਆ ਉਹ ਸਟੇਜ 'ਤੇ ਆਇਆ ਨਗਦੀ ਦੇ ਰੂਪ ਦੇ, ਉਹ ਲਗਭਗ 5 ਕਰੋੜ 10 ਲੱਖ 24 ਹਜ਼ਾਰ ਰੁਪਈਆ ਅਸੀਂ ਹੁਣ ਤੱਕ ਸਾਡੇ ਸਾਰੀਆਂ ਸਟੇਜਾਂ 'ਤੇ ਨਹੀਂ ਕਹਿੰਦੇ, ਜਿਹੜਾ ਸਾਡਾ ਕੁੰਡਲੀ ਵਾਲਾ ਮੇਨ ਜਿਹੜਾ ਬਾਰਡਰ ਹੈ, ਜਿਹੜਾ ਟਿੱਕਰੀ ਵਾਲੇ ਨਹੀਂ ਇਕੱਲੇ ਕੁੰਡਲੀ ਵਾਲੇ ਬਾਰਡਰ 'ਤੇ 5 ਕਰੋੜ 24 ਆਪਣਾ 10 ਲੱਖ 24 ਹਜ਼ਾਰ ਉਹ ਆਇਆ। ਉਹਦਾ ਸਾਡੇ ਕੋਲੇ ਸਾਰਾ ਹਿਸਾਬ ਹੈ, ਉਹ ਸਾਰਾ ਕਿੱਥੇ ਕਿੱਥੇ ਲੱਗਿਆ, ਕਿੰਨਾ ਉਹ ਬੱਚਤ ਹੈ, ਉਹ ਅਸੀਂ ਉੱਤੇ ਫਾਈਨਲ ਕਰ ਲਿਆ ਹਿਸਾਬ ਆ ਪਿਛਲੀ 24 ਤਰੀਕ ਨੂੰ। ਅਤੇ ਉਹਦੇ ਕੋਲੇ ਵੇਰਵੇ ਵੀ ਹੈਗੇ ਸਾਰੇ, ਮੇਰੇ ਕੋਲੇ ਹੀ ਆ ਹੁਣ ਸਾਰੇ ਡਿਟੇਲ 'ਚ। ਉਹ ਅਸੀਂ ਜੇ ਕੋਈ ਪੁੱਛਣਾ ਚਾਹੂਗਾ ਅਸੀਂ ਦੱਸ ਵੀ ਸਕਦੇ ਹਾਂ ਜੀ। ਤੇ ਨੀਤੀ ਆਯੋਗ ਵੱਲੋਂ ਅੱਜ ਅਖਬਾਰਾਂ ਦੇ ਵਿੱਚ ਇੱਕ ਬਿਆਨ ਛਪਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਖੇਤੀ ਕਾਨੂੰਨ ਆ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਜ਼ਰੂਰੀ ਹੈ ਕਿਉਂਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਚਾਹੁੰਦੇ ਹਾਂ। ਦੇਖੋ ਜੀ, ਜਿਹੜੇ ਇਹ ਕਾਨੂੰਨ ਆਏ ਨੇ ਇਹ ਸਰਕਾਰ ਵੀ ਕਹਿ ਰਹੀ ਆ ਵੀ ਇਹ ਬਦਲਾਅ ਲਿਆਉਣੇ ਖੇਤੀ ਨੀਤੀ 'ਚ, ਖੇਤੀ ਸੁਧਾਰਾਂ ਦੇ ਵਿੱਚ ਇਹ ਕਾਨੂੰਨ ਰਾਹੀਂ ਬਦਲਾਅ ਲਿਆਉਣਾ ਜ਼ਰੂਰੀ ਸੀਗਾ। ਪਰ ਅਸੀਂ ਸਮਝਦੇ ਹਾਂ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਣੀ। ਇਹ ਆਮਦਨ ਦੁੱਗਣੀ ਹੋਊਗੀ, ਉਹ ਕਿਸਾਨਾਂ ਦੀ ਨਹੀਂ ਹੋਊਗੀ, ਉਹ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਜਾਂ ਕਾਰਪੋਰੇਟ ਕੰਪਨੀਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਜਿਹੜੇ ਕਾਨੂੰਨ ਲਿਆਂਦੇ ਗਏ ਉਹਨਾਂ ਦੀ ਜ਼ਰੂਰ ਆਮਦਨ ਦੁੱਗਣੀ ਕੀ ਹੋ ਜੂ, ਚੌਗੁਣੀ ਵੀ ਹੋ ਜੂਗੀ। ਪਰ ਕਿਸਾਨਾਂ ਦੀ ਆਮਦਨ ਨਹੀਂ ਦੁੱਗਣੀ ਹੋਣੀ। ਜੇ ਖੇਤੀ ਯੋਗ ਹੈ ਜਿਹੜਾ ਖੇਤੀ ਐਗਰੀਕਲਚਰ ਕਮਿਸ਼ਨ ਹੈ ਜੋ ਉਹ ਇਹ ਬੋਲ ਰਿਹਾ ਗੱਲ, ਸਮਝ ਲਓ ਵੀ ਉਹ ਸਮਝਦੇ ਹਾਂ ਵੀ ਉਹ ਸਰਕਾਰ ਵਾਲੀ ਬੋਲੀ ਜਾਂ ਜਿਹੜੇ ਕਾਰਪੋਰੇਟ ਘਰਾਣੇ ਵਾਲੀ ਬੋਲੀ ਬੋਲ ਰਹੇ ਨੇ। ਅਸੀਂ ਸਮਝਦੇ ਹਾਂ
ਵੀ ਜੇ ਇਹਨੂੰ ਸ਼ਾਰਟ 'ਚ ਗੱਲ ਕਰਨੀ ਹੋਵੇ ਵੀ ਜਿਹੜਾ ਅੱਜ ਦੁਨੀਆ ਪੱਧਰ ਤੇ ਜਿਹੜਾ ਅਨਾਜ ਦਾ ਵਪਾਰ ਹੈ, ਇਹ ਸਾਰਿਆਂ ਨੂੰ ਮੁਨਾਫੇ ਬਖਸ਼ ਵਪਾਰ ਹੀ ਰਹਿ ਗਿਆ। ਕਿਉਂਕਿ ਅਨਾਜ ਬਿਨਾਂ ਕਿਸੇ ਕੱਪੜੇ ਬਿਨਾਂ ਵੀ ਸਾਰ ਸਕਦੇ ਹਾਂ, ਅਸੀਂ ਮਕਾਨ ਬਿਨਾਂ ਵੀ ਸਾਰ ਸਕਦੇ ਹਾਂ, ਦਵਾਈ ਬਿਨਾਂ ਵੀ ਕਿਸੇ ਵੇਲੇ ਸਾਰ ਸਕਦੇ ਹਾਂ, ਪਰ ਅਨਾਜ ਤਾਂ ਡੇਲੀ ਚਾਹੀਦਾ। ਸੋ ਇਸ ਕਰਕੇ 135 ਕਰੋੜ ਦੀ ਆਬਾਦੀ ਦੇ ਵਿੱਚ ਜਿੰਨੀ ਅਨਾਜ ਦੀ ਖਪਤ ਹੈ, 140 ਕਰੋੜ ਦੇ ਲਗਭਗ ਹੈ, ਉਹਦੇ ਵਿੱਚ ਸਾਰੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਉਹ ਇੱਧਰ ਨੂੰ ਲੱਗੀਆਂ ਹੋਈਆਂ ਨੇ। ਸਰਕਾਰ ਸਾਰਾ ਖੇਤੀ ਅਨਾਜ ਦਾ ਵਪਾਰ ਦਾ ਸਾਰਾ ਉਹਨਾਂ ਨੂੰ ਦੇਣਾ ਚਾਹੁੰਦੇ ਨੇ। ਹਾਂ, ਜਦੋਂ ਸਾਰਾ ਉਹਨਾਂ ਕੋਲੇ ਹੋ ਗਿਆ, ਉਹਨਾਂ ਦੀ ਮੋਨੋਪੋਲੀ ਹੋ ਗਈ ਤੇ ਉਹਨਾਂ ਨੇ ਮਨਾਈਆਂ ਕੀਮਤਾਂ ਤੇ ਖਰੀਦਿਆ ਤੇ ਮਨਾਈਆਂ ਕੀਮਤਾਂ ਤੇ ਗਾਹਾਂ ਜਮਾਖੋਰੀ ਕਰਕੇ ਵੇਚਿਆ, ਉਹਨਾਂ ਦੀ ਕੀਮਤ ਜ਼ਰੂਰ ਦੁੱਗਣੀ ਕੀ ਚੌਗੁਣੀ ਕੀ 8 ਗੁਣੀ ਵੀ ਹੋ ਸਕਦੀ ਹੈ, ਪਰ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਊਗੀ। ਜੇ ਆਮਦਨ ਦੁੱਗਣੀ ਹੁੰਦੀ ਤਾਂ ਅਸੀਂ ਕੋਈ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਜਿੰਨੇ ਹੁਣ ਤੱਕ ਲੱਖਾਂ ਕਰੋੜਾਂ ਲੋਕਾਂ ਨੇ ਸਮਰਥਨ ਕੀਤਾ, ਇਹਦਾ ਲੱਖਾਂ ਲੋਕ ਤਾਂ ਸ਼ਾਮਲ ਹੋਏ ਸਿੱਧੇ, ਜਿਹੜੇ ਪਿੱਛੇ ਬਹਿ ਕੇ ਸਮਰਥਨ ਕੀਤਾ, ਉਹਨਾਂ ਦੀ ਗਿਣਤੀ ਸਾਰੇ ਕੰਟਰੀਆਂ 'ਚ ਗਿਣਨੀ ਹੋਵੇ ਤਾਂ ਕਰੋੜਾਂ ਬਣ ਜੂਗੀ। ਫਿਰ ਕਰੋੜਾਂ ਲੋਕ ਜੇ ਇਹਨਾਂ ਦੀ ਆਮਦਨ ਦੁੱਗਣੀ ਹੁੰਦੀ ਤਾਂ ਉਹਨਾਂ ਦਾ ਕੋਈ ਸਿਰ ਨਹੀਂ ਫਿਰਿਆ ਸੀਗਾ, ਉਹ ਕਮਲੇ ਨਹੀਂ ਸੀ ਕੋਈ ਵੀ ਇਹਦਾ ਵਿਰੋਧ ਕਰਦੇ। ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਊਗੀ, ਕਾਰਪੋਰੇਟ ਘਰਾਣਿਆਂ ਦੀ ਠੀਕ ਆ ਦੁੱਗਣੀ ਦੀ ਬਜਾਏ ਚੌਗੁਣੀ ਵੀ ਹੋ ਸਕਦੀ ਆ। ਤੇ ਨਾਲ ਹੀ ਸਰਦੀਆਂ ਦਾ ਮੌਸਮ ਲੰਘ ਗਿਆ, ਸਰਦੀਆਂ ਬੜੀਆਂ ਔਖੀਆਂ ਕੱਟੀਆਂ, ਸੜਕਾਂ ਦੇ ਉੱਤੇ ਕੱਟੀਆਂ, ਸਭ ਜਾਣਦੇ ਨੇ। ਤੇ ਹੁਣ ਗਰਮੀ ਦਾ ਮੌਸਮ ਆ, ਗਰਮੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ? ਕਿਉਂਕਿ ਇਹ ਵੀ ਸੁਣਨ 'ਚ ਆਇਆ ਸੀ ਕਿ ਕੁਝ ਜਥੇਬੰਦੀਆਂ ਜਾਂ ਕੁਝ ਜਿਹੜੇ ਕਿਸਾਨ ਨੇ ਉਹ ਕਹਿੰਦੇ ਅਸੀਂ ਏਸੀ ਲਾਵਾਂਗੇ ਜੀ, ਪਰ ਏਸੀ ਲਾਉਣਾ ਉੱਥੇ ਕਿੰਨਾ ਕੁ ਜਾਇਜ਼ ਹੈ? ਬਿਲਕੁਲ ਜੀ, ਉਹਦੀ ਗਰਮੀ ਦੀ ਰੁੱਤ ਦੀਆਂ ਜਿਹੜੀਆਂ ਲੋੜਾਂ ਹੈਗੀਆਂ ਨੇ ਰਹਿਣ ਸਹਿਣ ਦੀਆਂ, ਉਹਨੂੰ ਮੁੱਖ ਰੱਖ ਕੇ ਸਾਰੇ ਪ੍ਰਬੰਧ ਕਰ ਲਏ, ਪੱਕੇ ਪ੍ਰਬੰਧ। ਉਹਨਾਂ ਨੂੰ ਪੱਕੇ ਪ੍ਰਬੰਧਾਂ ਦੇ ਵਿੱਚ ਸਾਡੇ NRI ਨੇ, ਮੈਂ ਪਹਿਲਾਂ ਵੀ ਗੱਲ ਕੀਤੀ, ਉਹਨਾਂ ਨੇ ਵੀ ਕਾਫੀ ਮਦਦ ਕੀਤੀ। ਉਹਨਾਂ ਨੇ ਬਕਾਇਦਾ ਉਹ ਜਿਹੜੇ ਬਣੇ ਬਣਾਏ ਘਰ ਹੈ ਜਾਂ ਜਿਹੜਾ ਮਟੀਰੀਅਲ ਹੈ ਜਿਹਨੂੰ ਸਿਰਫ ਗਾਹਾਂ ਜਾ ਕੇ ਖੜਾ ਹੀ ਕਰਨਾ ਹੁੰਦਾ, ਉਹ ਸਾਰਾ ਮਟੀਰੀਅਲ ਬਣਿਆ ਬਣਾਇਆ ਉਹਨਾਂ ਨੇ ਭੇਜਿਆ। ਪਰ ਜਿਹੜੀ ਆ ਤੁਸੀਂ ਗੱਲ ਕੀਤੀ ਹੈ ਏਸੀ ਵਾਲੀ ਗੱਲ, ਇਹ ਅਸੀਂ ਵੀ ਮੀਟਿੰਗਾਂ 'ਚ ਵਿਚਾਰਿਆ ਵੀ ਇਹ ਤਾਂ ਬੈਨ ਕੀਤਾ ਜਾਣਾ ਚਾਹੀਦਾ। ਇਹ ਬਹੁਤ ਖਤਰਨਾਕ ਗੱਲ ਹੈ। ਖਤਰਨਾਕ ਗੱਲ ਕੋਈ ਐ ਨਹੀਂ ਵੀ ਰਹਿਣ ਸਹਿਣ ਪੱਖੋਂ ਹੈ, ਵੀ ਇਹਦੇ ਨਾਲ ਜਿੰਨਾ ਲੋਡ ਵਧੂਗਾ ਉੱਥੇ ਕੋਈ ਸਾਨੂੰ ਸਪੈਸ਼ਲ ਕੋਈ ਟਰਾਂਸਫਾਰਮਰ ਤਾਂ ਦਿੱਤੇ ਨਹੀਂ ਕੋਈ। ਜਿਹੜੇ ਪਹਿਲਾਂ ਟਰਾਂਸਫਾਰਮਰ ਚੱਲਦੇ ਆ ਜਿਨ੍ਹਾਂ ਉੱਤੇ ਆਲੇ ਵਾਲੇ ਦੀਆਂ ਆਬਾਦੀਆਂ ਵੀ ਹੈਗੀਆਂ, ਆਲੇ ਦੁਆਲੇ ਦੀਆਂ ਮਿੱਲਾਂ ਵੀ ਹੈਗੀਆਂ ਚੱਲਦੀਆਂ, ਉਹਨਾਂ 'ਤੇ ਜਦੋਂ ਇੰਨਾ ਲੋਡ ਵਧੂਗਾ ਤਾਂ ਉਹ ਸੜਨਗੇ, ਉੱਥੇ ਸਪਾਰਕਿੰਗ ਵੀ ਹੋਊਗੀ, ਉੱਥੇ ਸ਼ਾਰਟ ਸਰਕਟ ਵੀ ਹੋਊਗਾ। ਮੈਂ ਕਹਿੰਦਾ ਵੀ ਇਕੱਲੀ ਐ ਨਹੀਂ ਵੀ ਬਿਜਲੀ ਗੁੱਲ ਹੋਊਗੀ, ਪੱਖਿਆਂ ਵਾਲੀ ਲਾਈਟਾਂ ਵਾਲੀ, ਇਹਦੇ 'ਚ ਵੱਡਾ ਅਗਨੀਕਾਂਡ ਵੀ ਹੋ ਸਕਦਾ। ਕੋਈ ਮੰਨ ਲਓ ਵੀ ਕੋਈ ਜਦੋਂ ਲੋਡ ਵਧਣ ਨਾਲ ਟਰਾਂਸਫਾਰਮਰ ਸੜਿਆ, ਉੱਥੋਂ ਚਿੰਗਾੜੇ ਨਿਕਲਦੇ ਨੇ, ਉਹਦੇ ਨਾਲ ਜੇ ਅੱਗ ਪੈ ਜਾਂਦੀ ਹੈ, ਕੋਈ ਗਰਮੀ ਦੀ ਰੁੱਤ ਹੈ, ਹਵਾ ਚੱਲਦੀ ਹੈ, ਹਨੇਰੀ ਚੱਲਦੀ ਹੈ, ਕਿਸੇ ਤਾਰਾਂ ਜੁੜ ਕੇ ਉੱਥੇ ਸ਼ਾਰਟ ਸਰਕਟ ਹੋ ਗਿਆ, ਤਾਂ ਉਹ ਸਮਝ ਲਓ ਜਿੰਨੀਆਂ ਉਹ ਕੱਖਾਂ ਉਹ ਝੌਂਪੜੀਆਂ ਨੇ ਉਹ ਕਾਨਿਆਂ ਦੀਆਂ, ਜਾਂ ਉੱਥੇ ਜਿਹੜੀ ਕੋਈ ਪਲਾਸਟਿਕ ਦੀਆਂ ਉੱਤੇ ਚਾਦਰਾਂ ਵਗੈਰਾ ਪਾਈਆਂ, ਉਹ ਸਾਰਾ ਬਰੂਦ ਹੀ ਬਣ ਜਾਣਾ। ਤਾਂ ਸਾਨੂੰ ਤਾਂ ਡਰ ਲੱਗ ਰਿਹਾ ਵੀ ਇਹ ਬਹੁਤ ਵੱਡਾ ਇਹ ਜੇ ਅੱਗ ਕਿਤੇ ਪਏਗੀ ਗਰਮੀ ਦੀ ਰੁੱਤ 'ਚ, ਕੋਈ ਹਨੇਰੀ ਵਗੈਰਾ ਦੇ ਸਮੇਂ 'ਤੇ, ਤਾਂ ਉੱਥੇ ਅੱਗ ਕੰਟਰੋਲ ਹੀ ਨਹੀਂ ਹੋਣੀ, ਉਹ ਇੱਕ ਵੱਡਾ ਅਗਨੀਕਾਂਡ ਹੋ ਸਕਦਾ। ਇਸ ਕਰਕੇ ਅਸੀਂ ਬੈਨ ਲਾਇਆ ਵੀ ਬਿਲਕੁਲ ਗਲਤ ਹੈ ਉਹ ਏਸੀ ਵਾਲਾ। ਦੂਜੀ ਗੱਲ, ਸਾਨੂੰ ਪਤਾ ਵੀ ਕਿਸਾਨਾਂ ਦਾ ਪੱਧਰ ਕਿੰਨਾ ਕੁ ਹੈ। 70% ਕਿਸਾਨ ਇਹੋ ਜਿਹੇ ਜਿਹੜੇ ਕਿ 2.5 ਕਿੱਲਿਆਂ ਤੋਂ 2 ਕਿੱਲਿਆਂ ਤੋਂ ਘੱਟ ਦੀ ਮਾਲਕੀ ਵਾਲੇ ਹੈਗੇ, ਉਹਨਾਂ ਤੋਂ ਤਾਂ ਆਪਦਾ ਦੂਜਾ ਨਹੀਂ ਹਿੱਲਾ ਹੋ ਰਿਹਾ, ਏਸੀ ਦੀ ਕਿੱਥੇ ਹੈਗੀ। ਇਸ ਕਰਕੇ ਏਸੀ ਵਾਲੇ ਜਿਹੜਾ ਸਟੈਂਡਰਡ ਦਿਖਾਉਣਾ ਉਹਦੀ ਕੋਈ ਲੋੜ ਨਹੀਂ, ਉਹ ਵੱਡੇ ਹਾਦਸੇ ਨੂੰ ਵੀ ਜਨਮ ਦੇ ਸਕਦਾ, ਉਹਦਾ ਲੋਡ ਵੀ ਵਧੂਗਾ। ਇਸ ਕਰਕੇ ਅਸੀਂ ਕਹਿੰਦੇ ਗਲਤ ਹੈ ਬਿਲਕੁਲ, ਤੇ ਅਸੀਂ ਫੈਸਲਾ ਕੀਤਾ ਵੀ ਕਿਸੇ ਨੂੰ ਨਹੀਂ ਲਾਉਣ ਦੇਵਾਂਗੇ। ਤੇ ਮੈਨੂੰ ਉਮੀਦ ਹੈ ਵੀ ਇਹ ਕਿਸਾਨ ਹੈ ਸਾਡੇ ਮੰਨਣਗੇ, ਕੋਈ ਉੱਥੇ ਏਸੀ ਵਗੈਰਾ ਨਹੀਂ ਹੋਊਗਾ। ਫੂਲ ਸਾਹਿਬ, ਬੀਤੇ ਦਿਨੀ ਮਲੋਟ ਦੇ ਵਿੱਚ ਇੱਕ ਭਾਜਪਾ ਦੇ ਵਿਧਾਇਕ ਦੀ ਕੁੱਟਮਾਰ ਕੀਤੀ ਗਈ ਹੈ, ਤੁਸੀਂ ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ ਕਿ ਸਹੀ ਕੀਤਾ ਜਿੰਨੇ ਵੀ ਕਿਸਾਨ ਸੀ ਜਾਂ ਲੋਕ ਸੀ? ਦੇਖੋ ਜੀ, ਜਿਹੜੇ ਮਲੋਟ ਵਾਲੀ ਘਟਨਾ ਹੋਈ ਹੈ ਬੀਤੇ ਦਿਨੀ, ਇਹ ਜਿਹੜਾ ਕਿਸਾਨਾਂ ਦਾ BJP ਦੇ ਖਿਲਾਫ ਗੁੱਸਾ ਹੈ, ਉਹਨੂੰ ਓਵਰ ਰਿਐਕਸ਼ਨ ਕਹਿ ਲਓ ਜਾਂ ਉਹ ਵਧਵੇਂ ਪ੍ਰਤੀਕਰਮ ਵਜੋਂ ਹੋਇਆ। ਅਸੀਂ ਜੋ ਸੱਦਾ ਦਿੱਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ, ਐ ਨਹੀਂ ਵੀ ਅਸੀਂ BJP ਦਾ ਵਿਰੋਧ ਕਰਨ ਦਾ ਸੱਦਾ ਨਹੀਂ ਦਿੱਤਾ, ਅਸੀਂ ਸੱਦਾ ਦਿੱਤਾ ਕਿਉਂਕਿ ਸਾਰੇ ਕਿਸੇ ਲਈ ਜ਼ਿੰਮੇਵਾਰ ਹੈ। ਜਿਹੜੀਆਂ ਆਹ ਕਾਨੂੰਨ ਲਿਆ ਕੇ ਆਉਣ ਵਾਲੀਆਂ ਨਸਲਾਂ ਦਾ, ਆਉਣ ਵਾਲੀਆਂ ਫਸਲਾਂ ਦਾ ਭਵਿੱਖ, ਨੌਜਵਾਨ ਪੀੜ੍ਹੀ ਦਾ ਭਵਿੱਖ ਖਰਾਬ ਕਰਨਾ, ਉਹਦੇ ਲਈ ਜ਼ਿੰਮੇਵਾਰ ਹੈ। ਜਿਹੜੇ ਆਹ ਹੁਣ ਤੱਕ 4 ਮਹੀਨੇ ਉੱਥੇ ਸੜਕਾਂ 'ਤੇ ਰੋਲਿਆ, 350 ਦੇ ਲਗਭਗ ਉੱਥੇ ਜਾਨਾਂ ਚਲੀਆਂ ਗਈਆਂ ਕਿਸਾਨਾਂ ਦੀਆਂ, ਉਹਨਾਂ ਦੇ ਘਰਾਂ ਦੇ ਪਰਿਵਾਰਾਂ ਦੇ ਕਮਾਊ ਖਤਮ ਹੋ ਗਏ, ਉਹ ਸਾਰੇ ਕਾਸੇ ਲਈ ਜ਼ਿੰਮੇਵਾਰ ਹੈ। ਇੱਥੋਂ ਤੱਕ ਕਰਕੇ ਜਿਹੜਾ 26 ਜਨਵਰੀ ਤੋਂ ਬਾਅਦ ਜਦੋਂ ਕਿਸੇ ਕਹਿੰਦੇ ਵੀ ਹਿੰਸਕ ਕਾਰਵਾਈ ਕੀਤੀ ਨਹੀਂ ਅਸੀਂ, ਉੱਥੇ ਕਿਸਾਨਾਂ ਨੂੰ ਕੁੱਟਿਆ ਮਾਰਿਆ ਗਿਆ, ਉਹਨਾਂ ਨੂੰ ਨੰਗੇ ਕਰਕੇ ਉਹਨਾਂ ਦੇ ਗੁਪਤ ਅੰਗਾਂ 'ਤੇ, ਉੱਥੇ ਕੁੜੀ ਹੈ ਆਪਣੀ ਨਵਦੀਪ ਕੌਰ, ਮਜ਼ਦੂਰਾਂ ਦੀ ਆਗੂ ਹੈ, ਸਾਡੀ ਮੋਰਚੇ ਦੀ ਵੀ ਸਮਰਥਕ ਹੈ, ਉਹ ਲੇਡੀ ਨੂੰ ਵੀ ਉਹ ਕਹਿੰਦੇ ਆ ਵੀ ਮੇਰੇ ਗੁਪਤ ਅੰਗਾਂ ਦੇ ਮਤਲਬ ਇਹਨਾਂ ਨੇ ਮੇਲ ਪੁਲਿਸ ਹੈ ਜਿਹੜੀ ਹੈਗੀ ਆ, ਉਹਨੇ ਮੇਰੇ ਸੱਟਾਂ ਮਾਰੀਆਂ ਨੇ, ਉਹ ਠੁੱਡੇ ਮਾਰੇ ਨੇ। ਸੋ ਇਹੋ ਜਿਹਾ ਕੁਛ ਜਿਹੜਾ ਇਹ ਸਾਰਾ ਕੁਛ ਕੀਤਾ ਹੈ, ਤਾਂ ਇਹਦੇ
ਖਿਲਾਫ ਗੁੱਸਾ ਹੈਗਾ। ਪਰ ਅਸੀਂ ਐਂ ਕਹਿੰਦੇ ਆ ਵੀ ਜਿਹੜਾ ਇਹ ਐਸ ਪੱਧਰ ਦਾ ਜਿਹੜਾ ਓਵਰ ਰਿਐਕਸ਼ਨ ਇਹ ਠੀਕ ਨਹੀਂ, ਇਹਨੂੰ ਅਸੀਂ ਕੋਈ ਜਾਇਜ਼ ਨਹੀਂ ਠਹਿਰਾਉਂਦੇ, ਨਾ ਅਸੀਂ ਕੋਈ ਇਹਨੂੰ ਸੱਦਾ ਦਿੰਦੇ ਆ ਵੀ ਇਹਨੂੰ ਕੰਟੀਨਿਊ ਕਰੋ। ਪਰ ਵੀ ਜਿਹੜਾ ਇਹ ਸਰਕਾਰ ਨੂੰ, ਖਾਸ ਕਰਕੇ ਬੀਜੇਪੀ ਨੂੰ, ਪਾਰਟੀ ਨੂੰ ਇਹ ਸੋਚਣਾ ਚਾਹੀਦਾ ਵੀ ਇੰਨਾ ਲੋਕਾਂ ਦਾ ਆਪ ਮੁਹਾਰਾ ਓਵਰ ਰਿਐਕਸ਼ਨ ਹੈ ਜਿਹੜਾ, ਇਹ ਕਿਉਂ ਆਇਆ? ਕਿਤੇ ਸਾਡੇ ਤਾਂ ਨਹੀਂ ਇਹਦੇ ਵਿੱਚ ਨੁਕਸ? ਇਹ ਅਸੀਂ ਸਮਝਦੇ ਵੀ ਜਿਹੜੇ ਇਹਨਾਂ ਦੇ ਲੀਡਰ ਵੀ ਹੈਗੇ ਬੀਜੇਪੀ ਦੇ, ਪੰਜਾਬ ਵਾਲੇ ਕੁਛ, ਉਹਨਾਂ ਦੀ ਜਿਹੜੀ ਬੋਲੀ ਹੈਗੀ ਆ, ਖਾਸ ਕਰਕੇ ਮੈਂ ਹਰਜੀਤ ਗਰੇਵਾਲ ਦਾ ਨਾਮ ਲਵਾਂਗਾ, ਜਿਆਣੀ ਦਾ ਨਾਮ ਲਵਾਂਗਾ, ਜ਼ਿਆਦਾ ਉਹ ਜਿਹੜਾ ਲੀਡਰਸ਼ਿਪ ਦੇ ਜਾਂ ਮੋਰਚੇ ਦੇ ਖਿਲਾਫ ਜਿੰਨੀ ਉਹ ਜ਼ਹਿਰੀਲੀ ਭਾਸ਼ਾ ਦੇ ਵਿੱਚ, ਗੈਰ ਸੱਭਿਅਕ ਭਾਸ਼ਾ ਦੇ ਵਿੱਚ ਜਿਹੜੇ ਬੋਲਦੇ ਆ, ਉਹ ਵੀ ਜਿਹੜਾ ਇੱਕ ਤਰ੍ਹਾਂ ਦਾ ਕਿਸਾਨਾਂ 'ਚ ਗੁੱਸਾ ਪੈਦਾ ਕਰਦੇ ਨੇ। ਸੋ ਇਸ ਕਰਕੇ ਉਹ ਘਟਨਾ, ਭਾਵੇਂ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਜਿਹੜਾ ਓਵਰ ਰਿਐਕਸ਼ਨ ਹੈ ਚਾਹੀਦਾ ਹੈਗਾ, ਪਰ ਇਹਦੇ ਲਈ ਇੱਕ ਕਿਸੇ ਨਾ ਕਿਸੇ ਹੱਦ ਤੱਕ ਬੀਜੇਪੀ ਦੀ ਜਿਹੜੀ ਸੈਂਟਰ ਸਰਕਾਰ ਅਤੇ ਬੀਜੇਪੀ ਪਾਰਟੀ ਹੈ ਉਹ ਵੀ ਜ਼ਿੰਮੇਵਾਰ ਹੈ। ਹੁਣ ਇਹਦੇ 'ਚੋਂ ਜੇ ਕੋਈ ਉਹ ਇਹਨੂੰ ਬਦਲੇ ਦੀ, ਇਸ ਨੂੰ ਆਧਾਰ ਬਣਾ ਕੇ ਇਹਨੂੰ ਸਾਰਾ ਸਿਰਜ ਕੇ ਇਹ ਨਰੇਟਿਵ ਵੀ ਵੇਖੋ ਜੇ ਹੁਣ ਤਾਂ ਸਾਡਾ ਫਿਰ ਕਿਸਾਨ ਅੰਦੋਲਨ ਨੂੰ ਫੇਲ ਕਰਨਾ ਸਾਡਾ ਹੱਕ ਹੀ ਬਣ ਗਿਆ, ਇਹਨੂੰ ਸਗੋਂ ਤੋਂ ਇਹਨੂੰ ਮਾਹੌਲ ਨੂੰ ਠੀਕ ਰੱਖਣ ਦੀ ਖਾਤਰ ਉਹਨੂੰ ਕੋਈ ਸਰਕਾਰ ਜਾਂ ਬੀਜੇਪੀ ਨੂੰ ਕੋਈ ਰਿਐਕਸ਼ਨ ਦੇ ਵਿੱਚੋਂ, ਜਿਵੇਂ ਕਹਿੰਦੇ ਪੁਤਲੇ ਸਾੜਾਂਗੇ ਕਿਸਾਨਾਂ ਦੇ, ਕਿਸਾਨ ਜਥੇਬੰਦੀਆਂ ਦੇ, ਜੇ ਇਹੋ ਜਿਹਾ ਕੋਈ ਕਰਨਗੇ ਇਹਦੇ ਨਾਲ ਹੋਰ ਆ ਜਿਹੜਾ ਲੋਕਾਂ ਦਾ ਗੁੱਸਾ ਭੜਕੂਗਾ। ਸਗੋਂ ਜੀ ਇਹਨੂੰ ਸ਼ਾਂਤ ਕਰਨਾ, ਅਸੀਂ ਕਹਿੰਦੇ ਆ ਵੀ ਉਹ ਇਹੋ ਜਿਹੀਆਂ ਕਾਰਵਾਈਆਂ ਨਾ ਹੋਣ, ਇਹ ਤਾਂ ਹੀ ਰੁਕਣਗੀਆਂ ਜੇ ਇਹਦੇ ਮਾਹੌਲ ਹੈ, ਉਹ ਸਰਕਾਰ ਹੈ, ਸੈਂਟਰ ਸਰਕਾਰ ਜਾਂ ਬੀਜੇਪੀ ਨੂੰ ਮਾਹੌਲ ਨੂੰ ਠੀਕ ਕਰਨ ਦੇ ਵਿੱਚ ਯਤਨ ਕਰਦੀ ਆ ਉਹ। ਜੀ, ਤੇ ਫੁੱਲ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਰਣਨੀਤੀ ਕੀ ਹੈ ਸਰਕਾਰ ਦੇ ਉੱਤੇ ਦਬਾਅ ਬਣਾਉਣ ਵਾਸਤੇ? ਕਿਉਂਕਿ ਕਿਹਾ ਜਾਂਦਾ ਹੈ ਕਿ ਜੇਕਰ ਸੰਘਰਸ਼ ਇੱਕੋ ਥਾਂ ਤੇ ਚੱਲਦਾ ਰਹੇ ਤਾਂ ਉਹ ਮੱਧਮ ਪੈਣਾ ਸ਼ੁਰੂ ਹੋ ਜਾਂਦਾ ਹੈ, ਪਰ ਕੀ ਕਰੋਗੇ ਤੁਸੀਂ ਕਿ ਸਰਕਾਰ ਦੇ ਉੱਤੇ ਵੱਧ ਤੋਂ ਵੱਧ ਦਬਾਅ ਬਣੇ? ਬਿਲਕੁਲ ਠੀਕ ਹੈ ਜੀ। ਹੁਣ ਜੇ ਉੱਥੇ ਅਸੀਂ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਨਾ ਉਹ ਸਾਰੀਆਂ ਸੜਕਾਂ ਰੋਕ ਕੇ, ਉਸ ਟਾਈਮ ਤੇ ਬਿਲਕੁਲ ਸਰਕਾਰ ਤੇ ਦਬਾਅ ਸੀਗਾ ਉਹਦਾ, ਸੜਕਾਂ ਰੋਕਣ ਦਾ। ਉਹਨੇ ਸਾਨੂੰ ਯਤਨ ਵੀ ਕੀਤਾ ਵੀ ਸੜਕਾਂ ਨਾ ਰੋਕਣ, ਜਿਹੜੇ ਹੈਗੇ ਬਾਰਡਰ ਨਾ ਰੁਕਣ, ਤੇ ਇਹ ਕਿਸੇ ਬਾਹਰ ਪਾਰਕ ਪੂਰਕ 'ਚ ਚਲੇ ਜਾਣ। ਪਰ ਉਸ ਤੋਂ ਬਾਅਦ, ਉਦੋਂ ਬਾਅਦ 26 ਜਨਵਰੀ ਤੱਕ ਲਗਾਤਾਰ ਉੱਥੇ ਦਬਾਅ ਵਧਿਆ ਵੀ ਹੈ। ਪਰ 26 ਜਨਵਰੀ ਤੋਂ ਬਾਅਦ ਅਸੀਂ ਕਹਿੰਦੇ ਆ ਵੀ ਇਕੱਲੇ ਹੁਣ ਉੱਥੇ ਬੈਠਣ ਨਾਲ, ਕਿਉਂਕਿ ਉਹਨਾਂ ਨੇ ਆਪਣਾ ਜਿਹੜੀ ਆਵਾਜਾਈ ਹੈ, ਬੱਸਾਂ ਦੀ ਆਵਾਜਾਈ ਹੈ, ਰੇਲ ਤਾਂ ਬੰਦ ਹੀ ਨਹੀਂ, ਬੱਸਾਂ ਦੀ ਆਵਾਜਾਈ ਬੰਦ ਸੀ, ਉਹਨਾਂ ਨੇ ਵੀ ਕੋਈ ਸਾਈਡ ਤੋਂ ਖੱਬੇ ਸੱਜੇ ਕਰਕੇ ਦਿੱਲੀ ਦਾ ਜਿਹੜਾ ਮੇਨ ਬੱਸ ਸਟੈਂਡ ਹੈ, ਵੱਡਾ ਬੱਸ ਸਟੈਂਡ ਹੈ ਜਿਹੜਾ ਬੱਸ ਟਰਮੀਨਲ, ਉਹ ਇੰਟਰਸਟੇਟ ਹੈ ਜਿਹੜਾ ਬੱਸ ਟਰਮੀਨਲ, ਉੱਥੇ ਬੱਸਾਂ ਪਹੁੰਚਣੀਆਂ ਸ਼ੁਰੂ ਕਰ ਲਈਆਂ ਚਾਰੇ ਸਾਈਡਾਂ ਤੋਂ। ਸੋ ਇਸ ਕਰਕੇ ਸਾਡੇ ਹਿਸਾਬ ਨਾਲ ਹੁਣ ਉੱਥੇ ਬੈਠਿਆਂ ਦਾ ਕੋਈ, ਭਾਵੇਂ ਅਸੀਂ 6 ਮਹੀਨੇ ਬੈਠੇ ਰਹੇ, ਬੈਠਣ ਨਾਲ ਕੋਈ ਦਬਾਅ ਨਹੀਂ ਪੈਣਾ ਜਿੰਨਾ ਚਿਰ ਤੱਕ ਅਸੀਂ ਕੋਈ ਉੱਥੇ ਕੋਈ ਐਕਸ਼ਨ ਪ੍ਰੋਗਰਾਮ ਹੈ ਜਿਹੜਾ ਸਰਕਾਰ ਨੂੰ ਝੰਜੋੜਦਾ ਹੋਵੇ, ਉਹੋ ਜਿਹਾ ਕੋਈ ਐਕਸ਼ਨ ਪ੍ਰੋਗਰਾਮ ਨਹੀਂ ਦਿੰਦੇ। ਉਹ ਅਸੀਂ ਪਿਛਲੇ ਸਾਡੀ 24 ਤਰੀਕ ਨੂੰ ਪੰਜਾਬ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੀਗੀ, ਇਸੇ ਸਥਿਤੀ ਨੂੰ ਅਸੀਂ ਸਾਰਿਆਂ ਨੇ ਭਾਂਪਿਆ ਹੈ ਵੀ ਪ੍ਰੈਸ਼ਰ ਤੋਂ ਬਿਨਾਂ, ਸਾਡੇ 'ਤੇ ਰਹਿਮ ਕਰਕੇ, ਤਰਸ ਕਰਕੇ ਸਰਕਾਰ ਸਾਨੂੰ ਨਾ ਗੱਲਬਾਤ ਲਈ ਸੱਦੇ, ਨਾ ਸਾਡੀ ਕੋਈ ਗੱਲਬਾਤ ਮੰਗ ਮੰਨੇ ਸਾਡੀ ਕੋਈ। ਜੇ ਉਹ ਮੰਨੂਗੀ ਤਾਂ ਉਹਦੇ 'ਤੇ ਜਿਵੇਂ ਕੋਈ ਦਬਾਅ ਵਧੂਗਾ, ਪ੍ਰੈਸ਼ਰ ਵਧੂਗਾ, ਉਹਨੂੰ ਸਾਰੀ ਦੇਸ਼ ਦੁਨੀਆ ਦੇ ਵਿੱਚ ਉਹਦਾ ਸਿਆਸੀ ਨੁਕਸਾਨ ਹੋਊਗਾ ਉਹਦਾ, ਫਿਰ ਜਾ ਕੇ ਉਹਨੇ ਸਾਡੀ ਗੱਲ ਸੁਣਨੀ। ਇਸ ਕਰਕੇ ਉਹਦੇ 'ਤੇ ਪ੍ਰੈਸ਼ਰ ਵਧਾਉਣ ਦੀ ਖਾਤਰ ਅਸੀਂ 24 ਤਰੀਕ ਨੂੰ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਇਹ ਪ੍ਰਮਾਣ ਪਾਸ ਕਰ ਲਿਆ ਵੀ ਜਿਹੜੀ, ਜੇ ਦਿੱਲੀ ਦੇ ਅੰਦਰ ਉਹ ਨਹੀਂ ਜਾਣ ਦਿੰਦੇ, ਜੇ ਐਂ ਹੈਗਾ ਵੀ ਰੋਕਾਂ ਹੈਗੀਆਂ ਨੇ, ਰੋਕਾਂ ਹਜੇ ਨਹੀਂ ਤੋੜੀਆਂ ਜਾ ਸਕਦੀਆਂ, ਠੀਕ ਆ, ਭਵਿੱਖ ਦੇ ਵਿੱਚ ਅਸੀਂ ਰੋਕਾਂ ਤੋੜ ਕੇ ਪਾਰਲੀਮੈਂਟ ਵੱਲ ਨੂੰ ਜਾਣ ਦਾ ਵੀ ਹੈਗੀ ਆ ਸਾਡੀ ਪਲੈਨਿੰਗ, ਪਰ ਫੌਰੀ ਅਸੀਂ ਜੇ ਦਿੱਲੀ ਦੇ ਅੰਦਰ ਨਹੀਂ ਜਾਣ ਦਿੰਦੇ ਤਾਂ ਅਸੀਂ ਜਿਹੜੇ ਦਿੱਲੀ ਦੇ ਬਾਹਰ ਉਹ KMP ਆ ਜਿਹੜਾ ਵੱਡਾ ਬਾਈਪਾਸ ਹੈ, ਦਿੱਲੀ ਦੇ ਆਲੇ ਦੁਆਲੇ 4 ਛਪੇਰੇ ਜਿਹੜਾ ਘੁੰਮਦਾ ਸਾਰੀ ਦਿੱਲੀ ਦੇ ਆਲੇ ਦੁਆਲੇ, ਉਹਨੂੰ ਬੰਦ ਕਰਨ ਦੀ ਖਾਤਰ ਅਸੀਂ ਜਿਹੜੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਕੀਤਾ ਵੀ ਉਹਨੂੰ ਪਰਮਾਨੈਂਟਲੀ ਬੰਦ ਕਰਨ ਦੀ ਖਾਤਰ ਕੋਈ ਐਕਸ਼ਨ ਪ੍ਰੋਗਰਾਮ, ਅਸੀਂ ਡੇਟ ਹਜੇ ਫਾਈਨਲ ਉਹਦੇ 'ਚ ਹੋਣੀ ਹੈ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ। ਪੰਜਾਬ ਦੀਆਂ ਜਥੇਬੰਦੀਆਂ ਨੇ ਪਾਸ ਕਰਤਾ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਵੀ ਇਹ ਜਿਹੜਾ ਉਹਨੂੰ KMP ਨੂੰ ਪਰਮਾਨੈਂਟਲੀ ਬੰਦ ਕਰਨ ਦਾ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇ। ਪੰਜਾਬ 'ਚ ਪਾਸ ਹੋ ਗਿਆ। ਮੈਨੂੰ ਇਹ ਲੱਗਦਾ ਵੀ ਜਿਹੜਾ ਦੂਸਰੀਆਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਵੀ ਕੱਲ੍ਹ ਨੂੰ ਪਾਸ ਹੋ ਕੇ ਉਹਦੀ ਡੇਟ ਹੈ ਜਿਹੜੀ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਉਹ ਅਨਾਊਂਸ ਹੋ ਜੂਗੀ ਜੀ। ਇਹਦੇ ਉੱਤੇ ਮੈਂ ਨਾਲ ਜੁੜਦਾ ਸਵਾਲ ਪੁੱਛਦਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਪਿਛਲੀ ਵਾਰੀ ਵੀ ਉਹਨਾਂ ਨੇ ਥੋੜ੍ਹਾ ਜਿਹਾ ਅਲੱਗ ਚੱਲਣ ਦੀ ਪਹਿਲ ਕੀਤੀ ਸੀ ਕਿ ਅਸੀਂ ਹੋਰ ਰੂਟ 'ਤੇ ਜਾਵਾਂਗੇ, ਨਹੀਂ ਮੰਨਿਆ ਸਰਕਾਰ ਨੇ, ਕੁਝ ਇਸ ਤਰ੍ਹਾਂ ਦਾ ਹੋਇਆ ਸੀਗਾ। ਇਸ ਵਾਰ ਉਹਨਾਂ ਦਾ ਕੀ ਸਟੈਂਡ ਹੈ? ਦੇਖੋ ਜੀ, ਉਹਨਾਂ ਨੇ ਠੀਕ ਹੈ, ਜਿਹੜਾ ਸਰਵਣ ਪੰਧੇਰ ਵਾਲੀ ਜਿਹੜੀ ਅਤੇ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਦੀ ਗੱਲ ਕਰ ਰਹੇ ਹੋ ਤੁਸੀਂ, ਠੀਕ ਹੈ। ਉਦੋਂ ਉਹਨਾਂ ਦੀ ਇੱਕਮੱਤਤਾ ਨਹੀਂ ਬਣ ਸਕੀ ਸੀ, ਕਿਉਂਕਿ ਉਹਨਾਂ ਦੀ ਦਲੀਲ ਇਹ ਸੀਗੀ ਵੀ
ਕਿਸਾਨਾਂ ਦਾ ਜਿੰਨੇ ਅਸੀਂ ਟਰੈਕਟਰ ਸੱਦੇ ਹੈ ਲੱਖਾਂ ਦੀ ਗਿਣਤੀ 'ਚ, ਜੇ ਹੁਣ ਅਸੀਂ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਵੀ 5000 ਤੋਂ ਵੱਧ ਟਰੈਕਟਰ ਨਹੀਂ ਲਿਆਉਣਾ, ਐਸੇ ਹੀ ਰੂਟ ਤੇ ਜਾਣਾ, ਇੰਨੇ ਘੰਟਿਆਂ ਤੋਂ ਵੱਧ ਤੁਸੀਂ ਇੰਨੇ ਘੰਟਿਆਂ ਦੇ ਵਿੱਚ ਵਾਪਸ ਮੁੜ ਕੇ ਆਓਗੇ, ਇਹ ਸਾਰੀਆਂ ਜੇ ਹੁਣ ਅਸੀਂ ਪਾਬੰਦੀਆਂ ਮੰਨਾਂਗੇ ਤਾਂ ਲੋਕਾਂ ਨੇ ਨਹੀਂ ਮੰਨਣਾ। ਸਾਨੂੰ ਉਹੀ ਰਿੰਗ ਰੋਡ ਵਾਲਾ, ਭਾਵੇਂ ਸਰਕਾਰ ਦੀਆਂ ਰੋਕਾਂ ਤੋੜ ਕੇ ਵੀ ਜਾਣਾ ਪਵੇ, ਸਾਨੂੰ ਰਿੰਗ ਰੋਡ ਤੇ ਹੀ ਪਰੇਡ ਕਰਕੇ ਵਾਪਸ ਆਉਣਾ ਚਾਹੀਦਾ, ਜਿਹੜਾ ਐਲਾਨ ਕੀਤਾ ਸੀ। ਚਲੋ ਉਹਨਾਂ ਦੀ ਵਖਰੇਵਾਂ ਸੀਗਾ, ਬਾਕੀ ਜਥੇਬੰਦੀਆਂ ਦਾ ਸੀਗਾ ਵੀ ਨਹੀਂ, ਆਪਾਂ ਨੂੰ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਜਿੰਨੇ ਘੰਟੇ ਸਰਕਾਰ ਕਹਿੰਦੀ ਹੈ, ਜਿੰਨੇ ਟਰੈਕਟਰਾਂ ਦੀ ਗਿਣਤੀ ਕਹਿੰਦੀ ਹੈ, ਜਿੰਨਾ ਟਾਈਮ ਕਹਿੰਦਾ ਉਹਨਾਂ ਮੰਨ ਕੇ ਕਰ ਲੈਣਾ ਚਾਹੀਦਾ। ਉਹਦੇ ਨਾਲ ਉਹਨਾਂ ਦਾ ਵਖਰੇਵਾਂ ਸੀਗਾ, ਉਹ ਚੱਲ ਸਾਹਮਣੇ ਵੀ ਆਈ ਹੈ ਗੱਲ ਬਈ ਇੱਕ ਹੱਦ ਤੱਕ ਪੁਸ਼ਟੀ ਵੀ ਹੋਈ ਹੈ ਵੀ ਵੱਡੀ ਗਿਣਤੀ ਕਿਸਾਨਾਂ ਨੂੰ ਜਿਹੜਾ ਸਰਕਾਰ ਨੇ ਬਾਅਦ ਦੇ ਵਿੱਚ ਰੂਟ ਦਿੱਤਾ ਸੀਗਾ ਰਿੰਗ ਰੋਡ ਤੋਂ ਵੱਖਰਾ, ਆਊਟਰ ਰਿੰਗ ਰੋਡ ਤੋਂ ਵੱਖਰਾ ਜਿਹੜਾ ਰਿੰਗ ਰੂਟ ਦਿੱਤਾ ਸੀਗਾ, ਉਸ 'ਤੇ ਜਾਂ ਜਿਹੜੀਆਂ ਸ਼ਰਤਾਂ ਤਹਿਤ ਦਿੱਤਾ ਸੀਗਾ, ਕਿਸਾਨਾਂ ਨੇ ਉਹ ਸ਼ਰਤਾਂ ਤੇ ਉਹ ਰੂਟ ਪ੍ਰਵਾਨ ਨਹੀਂ ਕੀਤਾ। ਸੋ ਹੁਣ ਉਹਨਾਂ ਦਾ ਉਹ ਤੋਂ ਬਾਅਦ ਹੈਗਾ, ਉਹ ਵੀ ਕਹਿੰਦੇ ਵੀ ਗਾਹਾਂ ਨੂੰ ਅਸੀਂ ਐ ਨਹੀਂ ਵੀ ਕੋਈ ਅਸੀਂ ਸੰਯੁਕਤ ਮੋਰਚੇ ਤੋਂ ਵੱਖ ਹੈ, ਅਸੀਂ ਜਿੱਦੇ ਤੋਂ ਅੰਦੋਲਨ ਸ਼ੁਰੂ ਹੋਇਆ ਉਦੋਂ ਸੰਯੁਕਤ ਮੋਰਚੇ ਦੇ ਹਰ ਸੱਦੇ ਨੂੰ ਲਾਗੂ ਕੀਤਾ। ਠੀਕ ਆ, ਸਾਡਾ 26 ਜਨਵਰੀ ਵਾਲੀ ਗੱਲ ਤੇ ਰਾਇਆਂ ਦਾ ਵਖਰੇਵਾਂ ਆਇਆ। ਸੋ ਇਸ ਕਰਕੇ ਹੁਣ ਜੋ ਸੰਯੁਕਤ ਮੋਰਚਾ ਗਾਹਾਂ ਸੱਦਾ ਦੇਊਗਾ, ਭਾਵੇਂ ਉਹ KMP ਦੇ ਜਾਮ ਦਾ ਦੇਊਗਾ ਜਾਂ ਪਾਰਲੀਮੈਂਟ ਵੱਲ ਦੇਊਗਾ, ਉਹਦੇ ਤੇ ਅਸੀਂ ਉਹਨੂੰ ਲਾਗੂ ਕਰਾਂਗੇ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਤੋਂ ਪਹਿਲਾਂ ਜਿਹੜੇ ਸੱਦਾ ਇੱਕ ਦਿਨ ਅਸੀਂ 5 ਘੰਟਿਆਂ ਲਈ KMP ਬੰਦ ਕਰਨ ਦਾ ਸੱਦਾ ਦਿੱਤਾ ਸੀਗਾ, ਉਦੋਂ ਵੀ ਉਹ ਸਾਡੇ 'ਚ ਸ਼ਾਮਲ ਹੋਏ ਆ। 5 ਹੀ ਘੰਟੇ ਉਹਨਾਂ ਨੇ, ਜਿੰਨਾ ਸਮਾਂ ਅਸੀਂ ਕੀਤਾ ਉਹਨਾਂ ਸਮੇਂ ਉਹ KMP ਨੂੰ ਬੰਦ ਕਰਨ 'ਚ ਸ਼ਾਮਲ ਹੋਏ ਆ। ਹੁਣ ਵੀ ਉਹਨਾਂ ਨੇ ਕਿਹਾ ਵੀ ਜੇ ਉਹ KMP ਦਾ ਪ੍ਰੋਗਰਾਮ ਦਿੰਦੇ ਆ ਸੰਯੁਕਤ ਕਿਸਾਨ ਮੋਰਚਾ, ਤਾਂ ਅਸੀਂ ਜਿੰਨੇ ਵੀ ਸਮੇਂ ਦਾ ਉਹ ਦੇਣਗੇ ਉਹਨੇ ਸਮੇਂ ਲਈ ਅਸੀਂ ਵਿੱਚ ਸ਼ਾਮਲ ਹੋਵਾਂਗੇ। ਇਸ ਕਰਕੇ ਸਾਨੂੰ ਨਹੀਂ ਲੱਗਦਾ ਵੀ ਹੁਣ 26 ਜਨਵਰੀ ਵਾਲੀਆਂ ਜਿਹੜੀਆਂ ਹੈਗੀਆਂ ਨੇ, ਜੇ ਕੋਈ ਵਖਰੇਵਾਂ ਆ ਵੀ ਗਿਆ ਉਹ ਠੀਕ ਹੈ, ਬਾਅਦ ਦੇ ਵਿੱਚ ਜਦੋਂ ਮੋਰਚਾ ਜਿੱਤਿਆ ਗਿਆ ਬਾਅਦ ਦੇ ਵਿੱਚ ਉਹਦਾ ਲੇਖੇ ਜੋਖੇ ਹੁੰਦੇ ਰਹਿਣਗੇ। ਹੁਣ ਸਾਨੂੰ ਅੱਧ ਵਿਚਾਲੇ ਇਹੋ ਜਿਹਾ ਮੋਰਚਾ ਕਿਸੇ ਬੰਨੇ ਨਹੀਂ ਲੱਗਿਆ, ਸਾਨੂੰ ਇੱਕ ਪੂਰਾ ਨਾਜ਼ੁਕ ਸਟੇਜ ਤੇ ਪਹੁੰਚਿਆ ਹੋਇਆ ਵੀ ਜੇ ਇਹ ਕਿਸੇ ਜਿੱਤ ਤੱਕ ਨਹੀਂ ਪਹੁੰਚਦਾ ਤਾਂ ਸਾਨੂੰ ਲੱਗਦਾ ਵੀ ਉਹ ਜਿਵੇਂ ਬਾਬਾ ਹਰਦੀਪ ਸਿੰਘ ਡੇਵਿਡਵਾ ਦੇ ਕਹਿਣ ਮੁਤਾਬਕ ਵੀ ਸਾਡੇ ਪਰਿਵਾਰ ਨੂੰ ਤੇ ਬਾਕੀ 300 ਪਰਿਵਾਰਾਂ ਨੂੰ ਜੇ ਇਹ ਮੋਰਚਾ ਬਿਨਾਂ ਜਿੱਤ ਤੋਂ, ਬਿਨਾਂ ਰਿਜ਼ਲਟ ਤੋਂ ਕਿਸੇ ਖਤਮ ਹੁੰਦਾ ਤਾਂ ਸਾਡੇ ਦੁਬਾਰੇ ਸਾਨੂੰ ਉਹ ਜਿਹੜਾ ਸਾਲਾ ਹੈ, ਮੌਤ ਦਾ ਸਾਲਾ, ਸਾਨੂੰ ਦੁਬਾਰੇ ਸਹਿਣਾ ਪੈਣਾ। ਇਸ ਕਰਕੇ ਹੁਣ ਉਹ ਲੇਖੇ ਜੋਖਿਆਂ 'ਚ ਪੈਣ ਦੀ ਬਜਾਏ ਵੀ ਕਿਹਦੀ ਗੱਲ ਸਹੀ ਸੀ ਕਿਹਦੀ ਗਲਤ ਸੀਗੀ, ਸਾਨੂੰ ਇਕਜੁੱਟ ਹੋ ਕੇ ਵਿੱਚੇ ਭੰਦੇਰ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਨਾਲ ਲੈ ਕੇ ਸਾਨੂੰ ਦੇਣਾ ਚਾਹੀਦਾ। ਤੇ ਅਸੀਂ ਉਹਨਾਂ ਨੂੰ ਜੇ ਉਹ ਸਾਡਾ ਸੱਦੇ ਨੂੰ ਹਮਾਇਤ ਦਿੰਦੇ, ਅਸੀਂ ਵੈਲਕਮ ਕਰਾਂਗੇ ਉਹਨਾਂ ਨੂੰ। ਜੀ ਫੂਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ ਜੀ, ਤੁਹਾਡਾ ਚੈਨਲ ਹੈ ਉਹਦਾ ਵੀ ਧੰਨਵਾਦ, ਜਿਨ੍ਹਾਂ ਨੇ ਸਾਡੀ ਜਿਹੜੀ ਸਾਰੀ ਗੱਲ ਹੈ, ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਰੀ ਦੇਸ਼ ਦੁਨੀਆ 'ਚ ਪਹੁੰਚੀ ਹੈ। ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਡਾ ਚੈਨਲ ਐਂ ਸਹਿਯੋਗ ਦਿੰਦਾ ਰਹੂਗਾ। ਜੀ ਮਿਹਰਬਾਨੀ, ਤੁਸੀਂ ਸਾਡੀ ਹੌਸਲਾ ਅਫਜ਼ਾਈ ਕੀਤੀ ਹੈ। ਇਹ ਸਨ ਸਾਡੇ ਨਾਲ ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੋਊਗੀ ਸੰਯੁਕਤ ਕਿਸਾਨ ਮੋਰਚੇ ਦੀ ਤੇ ਕਿਸਾਨ ਅੰਦੋਲਨ ਕਿਸ ਦਿਸ਼ਾ ਵੱਲ ਵਧ ਰਿਹਾ ਹੈ। ਅਜਿਹੀ ਸ਼ਖਸੀਅਤ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।